ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਮੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਤਹ ਤੇ ਬਿਦਾ ਹੋਏ ਬਰਿਆਈ। ਅਪਰਥਾਨ ਗਮਨੇ ਜਗ ਸਾਈ। ਅਨਕ ਨਰਨ ਕੋ ਕੀਨ ਉਧਾਰਾ। ਗਰਬਨ ਕੋ ਜਿਨ ਗਰਬ ਨਿਵਾਰਾ। ਤਹ ਤੇ ਵਿਦਾ ਹੋਏ ਬਰਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਕਲ ਤਾਰਨ ਗੁਰੂ ਨਾਨਕ ਆਇਆ। ਇਸ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਰੂਪ ਪ੍ਰਗਟ ਕਰਕੇ ਬਖਸ਼ਿਸ਼ਾਂ ਕੀਤੀਆਂ। ਕਲਯੁਗ ਬਾਬੇ ਤਾਰਿਆ। ਹਜ਼ੂਰ ਜੀ ਨੇ ਕਲਯੁਗ ਦਾ ਉਧਾਰ ਕੀਤਾ। ਜਿਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਕਲਯੁਗੀ ਜੀਵਾਂ ਵਾਸਤੇ ਸਰੀਰ ਕਰਕੇ ਮਹਾਨ ਕਠਨਤਾ ਚੱਲ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕੀਤੀਆਂ ਹਨ। ਉਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਪ੍ਰਸੰਗਾਂ ਨੂੰ ਪਿਆਰ ਪੂਰਵਕ ਅਸੀਂ ਲੜੀਵਾਰ ਇਸ ਇਤਿਹਾਸ ਦੀ ਕਥਾ ਵਿੱਚ ਸਰਵਣ ਕਰ ਰਹੇ ਹਾਂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੀਵਾਂ ਦੇ ਭਲੇ ਵਾਸਤੇ ਮਾਤਾ ਪਿਤਾ ਘਰ-ਬਾਰ ਛੱਡਿਆ। ਆਪਣੇ ਪੁੱਤਰਾਂ ਦਾ ਤਿਆਗ ਕੀਤਾ ਹੈ। ਜਗਤ ਮਾਤਾ ਜੀ ਨੂੰ ਇਕੱਲਿਆਂ ਛੱਡਿਆ ਹੈ ਅਤੇ ਆਪ ਜੀ ਬਾਲਾਂ ਮਰਦਾਨਾਂ ਨੂੰ ਨਾਲ ਲੈ ਕਰਕੇ ਜਿਸ ਤਰੀਕੇ ਦੇ ਨਾਲ ਜੀਵਾਂ ਦਾ ਕਲਿਆਣ ਕਰ ਰਹੇ ਨੇ, ਸੱਚੇ ਵਾਹਿਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ, ਨਾਮ ਦਾ ਸਿਮਰਨ, ਪਰਮੇਸ਼ਵਰ ਦਾ ਕੀਰਤਨ ਕਰਨ ਦੇ ਵਿੱਚ ਦੁਨੀਆ ਨੂੰ ਜੋੜ ਰਹੇ ਨੇ। ਉਹਨਾਂ ਪ੍ਰਸੰਗਾਂ ਨੂੰ ਅਸੀਂ ਸਰਵਣ ਕਰ ਰਹੇ ਹਾਂ।
ਤੇ ਜਿਵੇਂ ਜਿਵੇਂ ਇਤਿਹਾਸ ਨੂੰ ਆਪਾਂ ਸੁਣਦੇ ਹਾਂ, ਹੁਣ ਕੁਛ ਜਗ੍ਹਾ ਦਾ ਐਸਾ ਜ਼ਿਕਰ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਕਦੇ ਰੱਬ ਦਾ ਨਾਂ ਹੀ ਨਹੀਂ ਸੀ ਸੁਣਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਇਹੋ ਸ਼ਰਤ ਰੱਖੀ ਭਈ ਪਰਮੇਸ਼ਵਰ ਦਾ ਨਾਮ ਲਵੋ, ਸਾਰੇ ਸੁੱਖ ਮਿਲਣਗੇ, ਗੁਰਸਿੱਖੀ ਧਾਰਨ ਕਰੋ। ਇਉਂ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਵੀ ਗਏ ਨੇ, ਆਪਣੇ ਸਮਰੱਥਾ ਦੇ ਨਾਲ ਦੁਨੀਆ ਨੂੰ ਪ੍ਰਭਾਵਿਤ ਕਰਕੇ ਉਹਨਾਂ ਲੋਕਾਂ ਦਾ ਭਰੋਸਾ ਯਕੀਨ ਬੰਨਿਆ। ਤੇ ਜਦੋਂ ਉਹਨਾਂ ਲੋਕਾਂ ਨੇ ਗੁਰੂ ਦੀ ਤਾਬ ਸਹਾਰਦੇ ਹੋਏ ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਨੂੰ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਸਤਿਗੁਰਾਂ ਨੇ ਚਰਨ ਤੋਂ ਹਿਰੈ ਰਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਚਰਨ ਧੋ ਕਰਕੇ ਅੰਮ੍ਰਿਤ ਛਕਾਉਂਦੇ, ਉਪਦੇਸ਼ ਦਿੰਦੇ ਤੇ ਨਾਮਦਾਨ ਇਸ਼ਨਾਨ ਦ੍ਰਿੜ ਕਰਾਉਂਦੇ। ਇਉਂ ਕਿਰਪਾ ਕਰਦੇ। ਗਰੀਬ ਨਵਾਜ ਪਾਤਸ਼ਾਹ ਜੀ ਪਹਾੜੀ ਇਲਾਕਿਆਂ ਦੇ ਵਿੱਚ ਵਿਚਰੇ ਨੇ। ਕਵੀ ਜੀ ਨੇ ਲਿਖਿਆ, ਜਿਹੜੇ ਬੜੇ ਕਠਿਨ ਰਸਤੇ ਸਨ ਗੁਰੂ ਸਾਹਿਬ ਸੌਖੇ ਹੀ ਲੰਘੇ ਨੇ। ਗਏ ਨੇ ਕਸ਼ਮੀਰ ਵਿੱਚ, ਇੱਕ ਨਗਰੀ ਦੇ ਬਾਹਰ ਮਹਾਰਾਜ ਜਾ ਕਰਕੇ ਬੈਠੇ ਨੇ, ਇੱਕ ਪਹਾੜ ਦੇ ਨੇੜੇ। ਮੇਰੇ ਸਤਿਗੁਰੂ ਜੀ ਕਾਫੀ ਸਮਾਂ ਉੱਥੇ ਬੈਠੇ ਰਹੇ ਨੇ, 12 ਦਿਨ ਦਾ ਜ਼ਿਕਰ। ਤੇ 13ਵੇਂ ਦਿਨ ਸੋ ਇੱਕ ਪਸ਼ੂਆਂ ਨੂੰ ਚਾਰਨ ਵਾਲਾ ਬੰਦਾ ਗੁਰੂ ਸਾਹਿਬਾਂ ਨੂੰ ਬੈਠਿਆਂ ਤੱਕਿਆ ਉਸਨੇ। ਤੇ ਕੋਈ ਸ਼ਰਧਾ ਵਾਲੀ ਗੱਲ ਨਹੀਂ, ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਨੂੰ ਉਥੇ ਬੜੇ ਰੁੱਖੇ ਬਚਨ ਕੀਤੇ। ਤੋ ਜ਼ਿਕਰ ਆਇਆ ਹੈ ਕਿ ਤੁਸੀਂ ਕੋਈ ਚੋਰ ਹੋ ਜਾਂ ਕੋਈ ਡਾਕੂ ਹੋ, ਕਿਸੇ ਨੂੰ ਲੁੱਟਣ ਵਾਸਤੇ ਤੱਕ ਰਹੇ ਹੋ, ਲੁੱਕ ਕੇ ਤਾਂ ਬੈਠੇ ਹੋ ਇੱਥੇ। ਇਉਂ ਜਿਸਲੇ ਮਹਾਰਾਜ ਨੂੰ ਬਚਨ ਕੀਤੇ, ਮਹਾਰਾਜ ਕਹਿੰਦੇ ਅੰਤਰਜਾਮੀ ਸਨ, ਕਹਿਣ ਲੱਗੇ ਜਾ ਆਪਣੇ ਦੁੰਬੇ ਚਾਰ ਜਾ ਕਰਕੇ ਸਾਨੂੰ ਰੁੱਖਾ ਕਿਉਂ ਬੋਲਦਾ ਹੈ। ਮਹਾਰਾਜ ਨੇ ਖੇਲ ਵਰਤਾ ਦਿੱਤਾ। ਇਹਨੇ ਜਾ ਕੇ ਦੇਖਿਆ ਸਾਰੇ ਹੀ ਇਸ ਦੇ ਪਸ਼ੂ ਮਰੇ ਪਏ ਸਨ। ਪਹਿਲਾਂ ਤਾਂ ਆਪਣੀ ਸੋਚ ਫੁਰੀ, ਹੁਣ ਮੈਂ ਕੀ ਕਰਾਂ, ਮੇਰਾ ਰੋਜੀ ਰੋਟੀ ਦਾ ਸੀ, ਲੋਕਾਂ ਦੇ ਮੈਂ ਪਸ਼ੂ ਚਾਰਦਾ ਸੀ, ਮੈਨੂੰ ਕੁਛ ਮਿਲਦਾ ਸੀ, ਗੁਜ਼ਾਰਾ ਚੱਲਦਾ, ਹੁਣ ਕੀ ਕਰਾਂਗਾ। ਫਿਰ ਸੋਚਿਆ ਵੀ ਜੇ ਮੈਂ ਪਿੰਡ ਵਿੱਚ ਵਾਪਸ ਗਿਆ ਤੇ ਲੋਕਾਂ ਨੇ ਫੜ ਕੇ ਕੁੱਟਣਾ ਵੀ ਸਾਡੇ ਪਸ਼ੂ ਕਿੱਥੇ ਤੇ ਮਾਰੇ ਕਿੱਦਾਂ, ਤੇ ਜੇ ਭੱਜ ਕੇ ਕਿਸੇ ਪਾਸੇ ਜਾਵਾਂ ਤੇ ਲੋਕਾਂ ਨੇ ਮੇਰੇ ਪਰਿਵਾਰ ਨੂੰ ਫੜ ਲੈਣਾ। ਜਿਹੜੇ ਚਾਰ ਚਫੇਰੇ ਉਹ ਨਿਰਾਸ਼ਾ, ਘਬਰਾਹਟ ਹੋਣ ਦੇ ਨਾਲ ਮਨ ਕਾਹਲਾ ਪਿਆ। ਫਿਰ ਸੋਚ ਆਈ ਕਿ ਮਹਾਰਾਜ ਨੇ ਬਚਨ ਕੀਤਾ, ਮੈਂ ਮਾੜਾ ਬੋਲਿਆ ਸੀ, ਉਹਨਾਂ ਨੇ ਕਿਹਾ ਤੇ ਇਹਦਾ ਕੋਈ ਖਿਲ ਵਰਤਿਆ, ਕੋਈ ਸ਼ਕਤੀ ਵਾਲੇ ਮਹਾਂਪੁਰਸ਼ ਹਨ। ਇਉਂ ਜਾਣ ਕੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਆਣ ਕੇ ਢਹਿ ਪਿਆ। ਮਹਾਰਾਜ ਨੂੰ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੇ ਮਹਾਰਾਜ ਕਹਿੰਦੇ ਭਈ ਇੰਜ ਕਰ, ਜਾਂ ਵਾਹਿਗੁਰੂ ਕਹੀ ਜਾ ਤੇ ਦੁੰਬੇ ਉਠਾਈ ਜਾ। ਇਹ ਜਾਂਦਾ ਹੈ ਦੁੰਬੇ ਦੇ ਕੋਲ, ਵਾਹਿਗੁਰੂ ਕਹਿੰਦਾ, ਉਹਦੇ ਕੰਨਾਂ 'ਚ ਸੁਣਾਉਂਦਾ, ਉੱਠ ਕੇ ਖੜਾ ਹੋ। ਜਦੋਂ ਇਹ ਖੇਲ ਦੇਖਿਆ ਮਹਾਰਾਜ ਦੀ ਕਰਾਮਾਤ ਸ਼ਕਤੀ ਦਾ, ਸਭ ਪਸ਼ੂਆਂ ਨੂੰ ਛੱਡ ਕੇ ਉੱਥੇ ਪਹਾੜੀ ਜੰਗਲਾਂ ਦੇ ਵਿੱਚ ਹੀ ਗੁਰੂ ਚਰਨਾਂ 'ਚ ਆਣ ਕੇ ਬੈਠ ਗਿਆ। ਕਹਿੰਦਾ ਮਹਾਰਾਜ ਮੈਂ ਨਹੀਂ ਹੁਣ ਕਿਧਰੇ ਵੀ ਜਾਣਾ। ਸ਼ਾਮਾਂ ਪਈਆਂ, ਗੁਰੂ ਸਾਹਿਬ ਕਹਿੰਦੇ ਤੂੰ ਘਰ ਜਾ। ਕਹਿੰਦਾ ਨਹੀਂ ਜੀ ਮੈਂ ਨਹੀਂ ਜਾਣਾ। ਪਸ਼ੂ ਜੰਗਲ 'ਚ ਰਹੇ, ਆਪ ਗੁਰੂ ਕੋਲ ਬੈਠਾ ਰਿਹਾ। ਸਵੇਰ ਹੋਈ, ਦੁਨੀਆ ਲੋਕ ਜਿਨ੍ਹਾਂ ਦੇ ਪਸ਼ੂ ਸਨ ਉਹ ਆਏ ਨੇ ਭਾਲਦੇ ਹੋਏ। ਗੁਰੂ ਕੋਲ ਬੈਠਿਆਂ ਨੂੰ ਦੇਖ ਕਰਕੇ ਕੁਛ ਇਹਨੂੰ ਮਾੜੇ ਬਚਨ ਕਹਿਣ ਲੱਗੇ ਤੇ ਇਸ ਨੇ ਹੱਥ ਜੋੜ ਕੇ ਕਿਹਾ ਇੱਥੇ ਮਾੜਾ ਬਚਨ ਨਾ ਬੋਲਿਓ, ਇਹ ਸਤਿਗੁਰੂ ਪਾਤਸ਼ਾਹ ਸਮਰੱਥ ਨੇ, ਮੈਂ ਮਾੜਾ ਬਚਨ ਬੋਲ ਕਰਕੇ ਸਜ਼ਾ ਭੁਗਤੀ ਆ, ਤੁਹਾਨੂੰ ਨਾ ਭੁਗਤਣੀ ਪਵੇ। ਉਹਨੇ ਦੱਸੀ ਵਾਰਤਾ ਵੀ ਮੈਂ ਇੱਦਾਂ ਕਿਹਾ ਮਹਾਰਾਜ ਤੇ ਮਰ ਗਏ ਸੀ ਪਸ਼ੂ ਸਾਰੇ। ਗੁਰੂ ਸਾਹਿਬ ਨੇ ਬਚਨ ਕੀਤਾ ਤੇ ਵਾਹਿਗੁਰੂ ਕਹਿ ਕੇ ਜਿਉਂਦੇ ਕੀਤੇ ਨੇ, ਤੇ ਹੁਣ ਇੱਥੇ ਬੈਠਾ ਮੈਂ ਤੇ ਵਾਹਿਗੁਰੂ ਕਰੂੰ। ਇਸ ਵਾਸਤੇ ਆਪਣੇ ਪਸ਼ੂ ਲੱਭੋ ਤੇ ਲੈ ਜਾਓ, ਮੇਰਾ ਤੁਹਾਡਾ ਕੋਈ ਇਲਾਕਾ ਦੇਖਾ ਨਹੀਂ, ਮੈਂ ਤੇ ਇਹਨਾਂ ਚਰਨਾਂ 'ਚ ਹੀ ਰਹੂੰਗਾ। ਇਉਂ ਜਿਸ ਵੇਲੇ ਲੋਕਾਂ ਨੇ ਦੇਖਿਆ, ਦੁਨੀਆ ਨੂੰ ਸ਼ਰਧਾ ਹੋਈ, ਸਾਰੇ ਪਿੰਡ ਦੇ ਲੋਕ ਇਸ ਤਰ੍ਹਾਂ ਇਕੱਤਰ ਹੋ ਕਰਕੇ ਗੁਰੂ ਚਰਨਾਂ ਵਿੱਚ ਜੁੜੇ। ਸਤਿਗੁਰੂ ਪਾਤਸ਼ਾਹ ਨੇ ਧਰਮਸਾਲ ਬਣਵਾ ਕੇ ਗੁਰਮੁਖ ਨਾਮਦਾਨ ਇਸ਼ਨਾਨ ਦਾ ਉਪਦੇਸ਼ ਦ੍ਰਿੜਾਇਆ। ਇਹਨਾਂ ਲੋਕਾਂ ਨੂੰ ਮਹਾਰਾਜ ਨੇ ਸੋ ਅੰਮ੍ਰਿਤ ਦੀ ਪਹੁਲ ਦੇ ਕਰਕੇ ਗੁਰਸਿੱਖੀ ਦਾ ਦਾਨ ਬਖਸ਼ਿਆ। ਹੁਣ ਇੱਥੇ ਇੱਕ ਪੰਡਤ ਸੀ ਵਿਦਵਾਨ,
ਦੱਸਿਆ ਹੈ ਕਿ ਉਹਦੇ ਬਹੁਤ ਗ੍ਰੰਥ ਪੜ੍ਹੇ ਸੀ, 2 ਊਠ ਲੱਦਣ ਜੋਗੇ, 2 ਲੱਦੇ ਹੋਏ ਊਠ ਨਾਲ ਹੀ ਰੱਖਦਾ ਸੀ ਗ੍ਰੰਥਾਂ ਦੇ, ਇੰਨਾ ਵਿਦਿਆ ਦਾ ਮਾਣ ਸੀ। ਇਹਦੇ ਮਨ 'ਚ ਆਇਆ, ਇੰਨੀ ਸ਼ੋਭਾ ਮੇਰੇ ਇਲਾਕੇ 'ਚ ਆਣ ਕੇ ਮੇਰੇ ਪਿੰਡ ਵਿੱਚ ਹੋ ਗਈ, ਕੌਣ ਐਸਾ, ਜਾ ਕੇ ਚਰਚਾ ਕਰਾਂ। ਇਹ ਆਮ ਤੌਰ 'ਤੇ ਇਹ ਵਿਦਵਾਨਾਂ ਦਾ, ਜਿਹੜੇ ਲੋਕ ਵੇਦ ਆਦਿਕ ਪੜ੍ਹਦੇ, ਉਹਨਾਂ ਦਾ ਇਹੋ ਨਿਸ਼ਾਨਾ ਹੋਇਆ ਕਰਦਾ। ਗੁਰੂ ਸਾਹਿਬਾਂ ਦੇ ਕੋਲ ਆਇਆ, ਆਣ ਕੇ ਬੈਠਾ, ਬੈਠ ਕੇ ਗੁਰੂ ਸਾਹਿਬ 'ਤੇ ਤਰਕ ਕੀਤੇ। ਗੁਰੂ ਪਾਤਸ਼ਾਹ ਜੀ ਨੇ ਸੋ ਕੋਈ ਨਾ ਕੋਈ ਕੌਤਕ ਵਰਤਾਉਣਾ ਹੁੰਦਾ ਸੀ। ਹਜ਼ੂਰ ਪਾਤਸ਼ਾਹ ਜੀ ਨੇ ਚਮੜੇ ਦੀ ਪੁਸ਼ਤੀਨ ਜਿਹੜੀ ਸੀ ਉਹ ਗਲ 'ਚ ਪਾਈ ਹੋਈ ਸੀ, ਜਿੱਦਾਂ ਆਪਾਂ ਕੋਟੀ ਪਾਉਂਦੇ ਹਾਂ ਇਸ ਤਰ੍ਹਾਂ ਦੀ। ਗਏ ਸੀ ਪਹਾੜੀ ਇਲਾਕੇ ਨੂੰ। ਇਹਨੇ ਆਉਂਦਿਆਂ ਸਵਾਲ ਕੀਤਾ, ਤੁਸੀਂ ਸੰਤ ਹੋ ਕਰਕੇ, ਸਾਧ ਹੋ ਕਰਕੇ ਮਾਸ ਕਿਉਂ ਖਾਂਦੇ? ਸਤਿਗੁਰੂ ਪਾਤਸ਼ਾਹ ਨੇ ਵਿਚਾਰਾਂ ਕੀਤੀਆਂ। ਉੱਥੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਤੋ ਇਸ ਦੇ ਨਾਲ ਬਚਨ ਕੀਤਾ, ਕਹਿੰਦੇ ਤੂੰ ਊਠ ਲੱਦੀ ਫਿਰਦਾ ਗ੍ਰੰਥਾਂ ਦੇ। ਸ਼ਲੋਕ ਸੁਣਾਇਆ ਆਸਾ ਜੀ ਦੀ ਵਾਰ ਦਾ, ਪੜ ਪੜ ਗੱਡੀ ਲੱਦੀ ਆ, ਪੜ ਪੜ ਭਰੀਆ ਸਾਥ। ਇਸ ਤਰੀਕੇ ਦੇ ਨਾਲ ਸੋ ਭਾਈ ਸਾਹਿਬ ਭਾਈ ਵੀਰ ਸੋਹਣਾ ਨੇ ਜ਼ਿਕਰ ਕੀਤਾ ਕਿ ਇਸ ਪੰਡਤ ਦਾ ਨਾਮ ਸੀ ਬ੍ਰਹਮਦਾਸ। ਗ੍ਰੰਥ ਪੜ੍ਹਿਆ ਸੀ ਔਰ ਮਾਰਤੰਡ ਚਸ਼ਮੇ ਦੇ ਉੱਤੇ ਗੁਰੂ ਸਾਹਿਬ ਨਾਲ ਇਹਦੀ ਚਰਚਾ ਵਿਚਾਰ ਹੋਈ ਹੈ। ਉੱਥੇ ਉਹ ਚਸ਼ਮੇ ਦੇ ਵਿੱਚ ਕਹਿੰਦੇ ਥੜਾ ਸੀ, ਜਿੱਥੇ ਬੈਠ ਕੇ ਗੁਰੂ ਸਾਹਿਬ ਦੇ ਨਾਲ ਇਸ ਦੇ ਬਚਨ ਵਿਲਾਸ ਹੋਏ ਹੈ। ਤੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਸ ਨੂੰ ਉਪਦੇਸ਼ ਬਖਸ਼ਿਆ, ਕਿਰਪਾ ਕੀਤੀ। ਜਿਸ ਵੇਲੇ ਇਸ ਨੇ ਸੋ ਜਾਣ ਲਿਆ ਕਿ ਨਿਰੀ ਫੋਕੀ ਵਿਦਿਆ ਪੜ੍ਹਨ ਦੇ ਨਾਲ ਕੁਛ ਪ੍ਰਾਪਤੀ ਨਹੀਂ, ਪੂਰੇ ਗੁਰੂ ਤੋਂ ਬਿਨਾਂ ਆਤਮ ਦਰਸ਼ਨ ਨਹੀਂ ਹੋ ਸਕਦਾ। ਗੁਰੂ ਦੇ ਚਰਨ ਪਕੜੇ, ਮਹਾਰਾਜ ਨੇ ਸਿੱਖੀ ਦਾਨ ਬਖਸ਼ਿਆ। ਇਸ ਨੂੰ ਧਰਮਸਾਲ ਬਣਵਾ ਕਰਕੇ ਉੱਥੇ ਦੀ ਸੇਵਾ ਇਸ ਨੂੰ ਸੰਭਾਲੀ ਕੇ ਕਥਾ ਕੀਰਤਨ ਕਰਨਾ, ਸਿੱਖ ਸੰਗਤਾਂ ਦੇ ਨਾਲ ਇਸ ਤਰ੍ਹਾਂ ਗੁਰਸਿੱਖੀ ਦਾ ਪਿਆਰ ਪ੍ਰਭਾਵ ਕਰਨਾ, ਇਸ ਨੂੰ ਮਹਾਰਾਜ ਨੇ ਡਿਊਟੀ ਲਾ ਦਿੱਤੀ। ਹੁਣ ਮੇਰੇ ਸਤਿਗੁਰੂ ਜੀ ਇੱਥੋਂ ਮੱਲੋ ਜੋਰੀ ਅੱਗੇ ਜਾ ਰਹੇ ਨੇ। ਹੁਣ ਜਿੱਥੇ ਜਾਂਦੇ ਨੇ ਜੋ ਕੌਤਕ ਕਰਦੇ ਨੇ, ਅਗਲੇ ਪ੍ਰਸੰਗ ਦੇ ਵਿੱਚ ਮਨ ਜੋੜਦੇ ਹਾਂ। ਗੁਰੂ ਚਰਨਾਂ ਦਾ ਧਿਆਨ ਕਰਦੇ ਹੋਏ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਤਹ ਤੇ ਬਿਦਾ ਹੋਏ ਬਰਿਆਰੀ। ਬਰਿਆਈ ਮਹਾਰਾਜ ਬੱਲੋ ਜੋਰੀ ਕਹਿੰਦੇ ਉੱਥੋਂ ਲੋਕ ਚਾਹੁੰਦੇ ਨਹੀਂ ਸਨ ਵੀ ਮਹਾਰਾਜ ਜਾਣ। ਮੇਰੇ ਸਾਧੂ ਨੇ ਬਖਸ਼ਿਸ਼ਾਂ ਕਰਕੇ ਅੱਗੇ ਚੱਲੇ ਹਨ। ਅਪਰਥਾਨ ਗਮਨੇ ਜਗ ਸਾਈ। ਜਗਤ ਸੁਆਮੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੋਰ ਥਾਂ ਤੇ ਚੱਲੇ ਹਨ। ਅਨਕ ਨਰਨ ਕੋ ਕੀਨ ਉਧਾਰਾ। ਜਿਸ ਗੁਰੂ ਨਾਨਕ ਪਾਤਸ਼ਾਹ ਅਨੇਕਾਂ ਹੀ ਜੀਵਾਂ ਦਾ ਉਧਾਰ ਕੀਤਾ ਜੀ। ਗਰਭਨ ਕੋ ਜਿਨ ਗਰਭ ਨਿਵਾਰਾ। ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਤੋੜਿਆ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ। ਦੋਹਰਾ ਸਿੰਧ ਮਹਾਨਦ ਕੇ ਉਰੇ। ਮਹਾਨਦੀ ਇਸ ਪ੍ਰਕਾਰ ਜੋ ਸਿੰਧ ਹੈ, ਸੋ ਦਰਿਆ ਸਿੰਧ ਜਿਹੜਾ ਹੈ, ਉਸ ਤੋਂ ਉਰਲੇ ਪਾਸੇ 25 ਕੋਸ ਪਰਥਾਨ। 25 ਕੋਹਾਂ ਦੀ ਵਿੱਥ ਤੇ ਇੱਕ ਜਗ੍ਹਾ ਹੈ। ਗਿਰ ਉੱਚੋ ਕੋਸਕ ਤਹਾਂ। ਕੋ ਤਕਰੀਬਨ ਦੇਖ ਲਓ ਵੀ 2.5-3 ਮੀਲ ਜਿਹੜਾ ਉੱਚਾ ਇੱਕ ਪਹਾੜ ਹੈ ਉੱਥੇ। ਦੇਖਿਓ ਕਿਰਪਾ ਨਿਧਾਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਸ ਪਹਾੜੀ ਨੂੰ ਤੱਕਿਆ ਹੈ। ਕਿ ਦੇਖਿਓ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਉਸ ਅਸਥਾਨ ਨੂੰ, ਪਹਾੜੀ ਨੂੰ ਤੱਕਿਆ ਹੈ। ਚੌਪਈ ਤਰਵਰ ਹਰਤ ਤਰੇ ਥਲ ਸੁੰਦਰ। ਤੋ ਬੜਾ ਸੋਹਣਾ ਜਗ੍ਹਾ ਹੈ, ਪਹਾੜ ਦੇ ਥੱਲੇ ਹਰੇ ਹਰੇ ਦਰਖਤ ਹਨ। ਬੈਠੇ ਗੁਰੂ ਸਗਲ ਗੁਣ ਮੰਦਰ। ਸਾਰੇ ਗੁਣਾਂ ਦੇ ਘਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਬੈਠ ਗਏ। ਸਹਿਜ ਸੁਭਾਇਕ ਕੇਤਕ ਕਾਲਾ। ਸੁਤੇ ਸਿਧ ਹੀ ਕਿਤਨਾ ਕੁ ਸਮਾਂ ਹਜੂਰ ਬੈਠੇ ਰਹੇ ਨੇ। ਬੀਤ ਗਇਓ ਤਿਸ ਥਾਨ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਨੇ ਉੱਥੇ ਬੈਠਿਆਂ ਕੁਝ ਸਮਾਂ ਜਦੋਂ ਗੁਜ਼ਰਿਆ ਹੈ ਤਾਂ ਮਰਦਾਨੇ ਕੋ ਜਲ ਕੀ ਚਾਹੂ। ਤੋ ਮਹਾਰਾਜ ਨੇ ਕੌਤਕ ਵਰਤਾਇਆ। ਭਾਈ ਮਰਦਾਨਾ ਜੀ ਨੂੰ ਪਾਣੀ ਦੀ ਇੱਛਾ ਲੱਗੀ, ਪਿਆਸ ਲੱਗ ਗਈ ਹੈ। ਭਇਓ ਤ੍ਰਿਖਾਤੁਰ ਕਹਿ ਗੁਰ ਪਾਹੂ। ਤੋ ਪਿਆਸ ਦੇ ਨਾਲ ਜਿਸ ਵੇਲੇ ਤੰਗ ਹੋਇਆ ਤੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ, ਹੇ ਪ੍ਰਭ ਇਹਾਂ ਨੀਰ ਨਹਿ ਨੇਰੈ। ਕਹਿੰਦਾ ਮਹਾਰਾਜ ਇੱਥੇ ਨੇੜੇ ਤੇੜੇ ਕਿਤੇ ਪਾਣੀ ਨਹੀਂ ਹੈ। ਕਰਨ ਪਾਨ ਕੀ ਇੱਛਾ ਮੇਰੇ। ਕਿਉਂਕਿ ਮੈਨੂੰ ਇੱਛਾ ਹੈ ਕਿ ਮੈਂ ਜਲ ਛਕਾਂ, ਮਹਾਰਾਜ ਪਿਆਸ ਲੱਗੀ ਹੋਈ ਹੈ। ਰਾਵਰ ਕੋ ਸਭ ਗਿਆਤਾ ਅਹੈ। ਆਪ ਜਾਣੀ ਜਾਣ ਹੋ ਮਹਾਰਾਜ, ਤੇ ਮੈਨੂੰ ਦੱਸੋ ਜਿੱਥੇ ਪਾਣੀ ਹੋਵੇ ਜਾ ਕੇ ਛਕ ਲਵਾਂ। ਕਰਹੋ ਬਤਾਵਨ ਜਹ ਠਾਂ ਲਹੈ। ਜਿੱਥੇ ਮਹਾਰਾਜ ਮੈਨੂੰ ਪਾਣੀ ਮਿਲ ਜਾਵੇ
ਉਹ ਜਗ੍ਹਾ ਕੋਈ ਦੱਸ ਦਿਓ। ਜੇ ਨੇਰੇ ਨਹਿ ਚਲਹੁ ਅਗਾਰੀ। ਤੇ ਜੇ ਨੇੜੇ ਨਹੀਂ ਹੈ ਪਾਣੀ ਤੇ ਫਿਰ ਅੱਗੇ ਚੱਲੀਏ, ਜਿੱਥੇ ਪਾਣੀ ਹੋਵੇ ਉੱਥੇ ਜਾ ਕੇ ਛਕ ਲਵਾਂਗੇ। ਬੈਠੋ ਤਹ ਜਹ ਸੁੰਦਰ ਬਾਰੀ। ਤੇ ਉੱਥੇ ਬੈਠੋ ਮਹਾਰਾਜ ਜਿੱਥੇ ਸੋਹਣਾ ਜਲ ਹੋਵੇ ਜੀ। ਸ੍ਰੀ ਨਾਨਕ ਸੁਨ ਕੇ ਕਹਿ ਬਾਨੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਦੇ ਬਚਨ ਸੁਣ ਕਰਕੇ ਬਚਨ ਕੀਤਾ ਹੈ। ਕਰਹੁ ਪਾਨ ਇਤ ਹੀ ਢਿਗ ਪਾਨੀ। ਮਹਾਰਾਜ ਕਹਿੰਦੇ ਨੇ ਮਰਦਾਨਾ ਕਿਤੇ ਦੂਰ ਜਾਣ ਦੀ ਇੱਥੇ ਪਾਣੀ ਨੇੜੇ ਹੀ ਹੈ, ਇੱਥੋਂ ਹੀ ਛਕ ਲੈ ਤੂੰ। ਉਪਰ ਗਿਰ ਕੇ ਚੜ੍ਹੋ ਅਗਾਰੀ। ਆ ਪਹਾੜੀ ਦੇ ਉੱਪਰ ਚੜੇਗਾ ਤਾਂ ਉੱਪਰ ਤਹ ਫਕੀਰ ਇੱਕ ਵਲੀ ਕੰਧਾਰੀ। ਉੱਥੇ ਇੱਕ ਵਲੀ ਕੰਧਾਰੀ, ਕੰਧਾਰ ਦਾ ਰਹਿਣ ਵਾਲਾ ਵਲੀ ਇੱਕ ਕਰਾਮਾਤੀ ਪੀਰ ਬੈਠਾ ਹੋਇਆ ਹੈ। ਤਪ ਕੋ ਕਰਤ ਪ੍ਰੀਤ ਕੋ ਲਾਏ। ਤੇ ਬੜਾ ਪ੍ਰੇਮ ਲਾ ਕਰਕੇ ਮਹਾਨ ਤਪ ਸਾਧਣ ਵਾਲਾ ਬੰਦਾ ਹੈ ਉਹ। ਚਾਹੇ ਪਰਲੋਕ ਵਿਖੇ ਸੁਖ ਪਾਏ। ਉਹਦੀ ਇੱਛਾ ਹੈ ਕਿ ਮੈਨੂੰ ਪਰਲੋਕ ਵਿੱਚ ਸੁਖ ਮਿਲੇ, ਇਸ ਵਾਸਤੇ ਤਪ ਸਾਧਦਾ ਹੈ। ਤੁਰਕ ਦੇਹ ਸਮ ਸੋ ਹੈ ਤੇਰੀ। ਤੇ ਉਹਦਾ ਵੀ ਇਸ ਪ੍ਰਕਾਰ ਤੁਰਕਾਂ ਮੁਸਲਮਾਨਾਂ ਦਾ ਸਰੀਰ ਆ ਤੇ ਉਹ ਤੇਰਾ ਵੀ ਸਰੀਰ ਮੁਸਲਮਾਨਾਂ ਦਾ। ਤੂੰ ਉਹਦੇ ਕੋਲ ਛਕਲਾ ਜਾ ਕੇ ਜਲ। ਕਰਹੁ ਜਾਚਨਾ ਤਹ ਜਲ ਕੇਰੀ। ਉੱਥੇ ਜਾ ਕਰਕੇ ਤੁਸੀਂ ਪਾਣੀ ਦੀ ਮੰਗ ਕਰੋ ਉਹਦੇ ਕੋਲੋਂ। ਕਰਕੇ ਪਾਨ ਆਏ ਹੈ ਜਾਵਦ। ਜਦੋਂ ਤੱਕ ਤੂੰ ਜਲ ਛਕ ਕੇ ਆਉਂਦਾ ਹੈ ਇਸ ਤਰੇ ਟਿਕਹਿ ਹਮ ਤਾਵਦ। ਤਦੋਂ ਤੱਕ ਅਸੀਂ ਇੱਥੇ ਹੀ ਬੈਠੇ ਰਹਾਂਗੇ। ਸ੍ਰੀ ਗੁਰ ਤੇ ਸੁਨ ਕਰ ਤਬ ਚਾਲਾ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੋਂ ਸੁਣ ਕਰਕੇ ਇਹ ਮਰਦਾਨਾ ਚੱਲ ਪਿਆ ਪਹਾੜੀ ਦੇ ਉੱਤੇ ਜਲ ਛਕਣ ਵਾਸਤੇ। ਗਿਰ ਪਰ ਜਹਾਂ ਪੀਰ ਕੀ ਸ਼ਾਲਾ। ਜਿੱਥੇ ਜਗ੍ਹਾ ਸੀ ਇਸ ਪੀਰ ਵਲੀ ਕੰਧਾਰੀ ਦੀ, ਉੱਥੇ ਸਨ ਚੱਲ ਕੇ ਮਰਦਾਨਾ। ਹੌਲੀ ਹੌਲੀ ਚੜ ਕਰਕੇ ਮਰਦਾਨਾ ਪਹਾੜੀ ਤੇ ਗਿਆ ਹੈ ਉੱਚੇ ਥਾਂ। ਕਰਿਓ ਬਲੋਕਨ ਸੋ ਸੁਭ ਥਾਨਾ। ਜਾ ਕਰਕੇ ਉਹ ਜਗ੍ਹਾ ਦੇਖੀ ਹੈ ਜਿਵੇਂ ਗੁਰੂ ਸਾਹਿਬ ਨੇ ਦੱਸੀ ਸੀ। ਵਲੀ ਕੰਧਾਰੀ ਬੈਠਿਓ ਜਹਾਂ। ਜਿੱਥੇ ਬੈਠਾ ਹੋਇਆ ਸੀ ਇਹ ਪੀਰ ਜਿਹੜਾ ਸੀ ਤਪਸਵੀ। ਰਾਖਿਓ ਨੀਰ ਰੋਕ ਕਛ ਤਹਾਂ। ਉੱਥੇ ਇਸ ਨੇ ਕੁਝ ਪਾਣੀ ਰੋਕ ਕੇ ਰੱਖਿਆ ਹੋਇਆ ਸੀ। ਕਰੀ ਬੰਦਗੀ ਹੋਵੇ ਕਰ ਤੀਰਾ। ਨੇੜੇ ਹੋ ਕਰਕੇ ਬੰਦਗੀ ਬੇਨਤੀ ਕੀਤੀ ਹੈ ਉਸ ਪੀਰ ਨੂੰ ਜਲ ਛਕਣ ਵਾਸਤੇ। ਮੁਝ ਕੋ ਤ੍ਰਿਖਾ ਦੇਹੋ ਜਲ ਪੀਰਾ। ਕਹਿਣ ਲੱਗੇ ਪੀਰ ਜੀ ਮੈਨੂੰ ਜਲ ਦਿਓ, ਮੈਨੂੰ ਪਿਆਸ ਲੱਗੀ ਹੋਈ ਹੈ। ਨਿਕਟ ਨਾ ਮੋਕੋ ਕਿਹ ਠਾ ਪਾਇਓ। ਕਿਉਂਕਿ ਨੇੜੇ ਤੇੜੇ ਮੈਨੂੰ ਕਿਤੇ ਜਲ ਮਿਲਿਆ ਨਹੀਂ ਛਕਣ ਵਾਸਤੇ। ਜਾ ਤੇ ਚੱਲ ਸੁਨ ਸੁਧ ਮੈਂ ਆਇਓ। ਇਸ ਵਾਸਤੇ ਮੈਂ ਚੱਲ ਕਰਕੇ ਖਬਰ ਸੁਣ ਕੇ ਪਾਣੀ ਦੀ ਤੁਹਾਡੇ ਕੋਲ ਹੈ ਤਾਂ ਚੱਲ ਕੇ ਆਇਆ ਹਾਂ। ਸੁਨ ਤਬ ਬੋਲਿਓ ਵਲੀ ਕੰਧਾਰੀ। ਬਚਨ ਸੁਣ ਕਰਕੇ ਮਰਦਾਨਾ ਜੀ ਦੇ ਵਲੀ ਕੰਧਾਰੀ ਨੇ ਬਚਨ ਕੀਤਾ, ਕਹਿਣ ਲੱਗਾ ਕੌਣ ਦੇਸ ਤੇ ਤੂੰ ਤ੍ਰਿਖ ਭਾਰੀ। ਭਾਈ ਕਿਹੜੇ ਮਲਾਕੇ ਤੂੰ ਆਇਆ ਹੈ, ਤੈਨੂੰ ਬਹੁਤੀ ਪਿਆਸ ਲੱਗੀ, ਕਿੱਥੋਂ ਚੱਲ ਕੇ ਆਇਆ ਤੂੰ? ਇਹ ਏਕਲੋ ਕਹਿ ਕਿਹ ਸੰਗਾ। ਤੂੰ ਕੱਲਾ ਹੀ ਆ ਕਿ ਕਿਸੇ ਦੇ ਨਾਲ ਆਇਆ ਚੱਲ ਕੇ? ਕਿਤ ਦਿਸ ਆਇਓ ਕਿਉਂ ਇਸ ਢੰਗਾ। ਤੇ ਇਸ ਤਰੀਕੇ ਨਾਲ ਤੂੰ ਮੇਰੇ ਵੱਲ ਕਿਉਂ ਆਇਆ? ਅਕਸਰ ਹੈ ਤੇ ਤਪਸਵੀ ਸੀ ਇਹ ਵੀ, ਕੋਈ ਥੋੜੀ ਬਹੁਤੀ ਖਬਰ ਇਹਨੂੰ ਵੀ ਹੈ ਸੀ। ਮਰਦਾਨੇ ਸਭ ਕਹਿਓ ਬਿਰਤਾਂਤਾ। ਮਰਦਾਨੇ ਨੇ ਸੱਚੋ ਸੱਚ ਪ੍ਰਸੰਗ ਦੱਸ ਦਿੱਤਾ ਹੈ ਇਸ ਨੂੰ। ਤਪਾ ਗੁਰੂ ਨਾਨਕ ਵਿਖਿਆਤ। ਦੇਖੋ ਧੰਨ ਗੁਰੂ ਨਾਨਕ ਮਹਾਰਾਜ ਜੀ ਮਹਾਨ ਜੋ ਤਪਾ ਕਹਾਉਂਦੇ ਹਨ। ਦੇਸ਼ ਪੰਜਾਬ ਲਖਹਿ ਸਭ ਕੋਈ। ਸਭ ਕੋਈ ਜਾਣਦਾ ਹੈ ਪੰਜਾਬ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ। ਵਿਚਰਹਿ ਜਿਤ ਕਿਤ ਥਲ ਅਵਲੋਈ। ਤੇ ਵਿਚਰਦੇ ਹਨ ਗੁਰੂ ਨਾਨਕ ਸਾਹਿਬ ਜਿੱਥੇ ਕਿੱਥੇ ਥਾਵਾਂ ਤੇ ਦਰਸ਼ਨ ਕਰਨ ਵਾਸਤੇ। ਹਿੰਦੂ ਤੁਰਕ ਸਰਬ ਹੀ ਮਨ ਹੈ। ਤੇ ਧੰਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਮੁਸਲਮਾਨ ਹਿੰਦੂ ਸਭ ਪੂਜਦੇ ਸਤਿਕਾਰ ਕਰਦੇ ਹਨ। ਇੱਕ ਗੁਰ ਕਹਿ ਇੱਕ ਪੀਰ ਬਖਾਨ ਹੈ। ਇੱਕ ਹਿੰਦੂ ਲੋਕ ਨੇ ਕਹਿੰਦੇ ਸਾਡੇ ਗੁਰੂ ਹਨ, ਮੁਸਲਮਾਨ ਕਹਿੰਦੇ ਸਾਡੇ ਪੀਰ ਹਨ ਗੁਰੂ ਨਾਨਕ ਸਾਹਿਬ ਜੀ। ਵੱਡ ਅਜਮਤੀ ਪਰਹਿ ਤਿਨ ਪਾਏ। ਇਸ ਪ੍ਰਕਾਰ ਵੱਡੇ ਕਰਾਮਾਤੀ ਸ਼ਕਤੀਆਂ ਵਾਲੇ ਜਾਣ ਕੇ ਸਭ ਲੋਕ ਗੁਰੂ ਨਾਨਕ ਸਾਹਿਬ ਦੇ ਚਰਨੀ ਢਹਿੰਦੇ ਹਨ। ਧਰਹਿ ਅਗਾਰੀ ਬ੍ਰਿੰਦ ਉਪਾਇਨ। ਗੁਰੂ ਸਾਹਿਬ ਦੇ ਚਰਨਾਂ 'ਚ ਬਹੁਤ ਭੇਟਾ ਰੱਖਦੇ ਹਨ। ਤਿਨ ਕੇ ਸੰਗਰ ਬਾਬੀ ਮੈਂ ਹੂੰ। ਐਸੇ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਮੈਂ ਰਬਾਬੀਆ ਹਾਂ ਜੀ, ਉਹਨਾਂ ਦੇ ਨਾਲ ਕੀਰਤਨੀਆਂ। ਸੁੰਦਰ ਸ਼ਬਦ ਗਾਵਨੇ ਕਹਿ ਹੂੰ। ਤੇ ਬੜੇ ਸੋਹਣੇ ਮੈਂ ਸ਼ਬਦ ਗਾਉਂਦਾ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ। ਗਿਰ ਢਿੱਗ ਤੁਰ ਕੇ ਤਾਰਸੋਂ ਬੈਸੇ। ਤੇ ਇਹ ਜਿਹੜਾ ਪਹਾੜ ਹੈ ਇਸ ਦੇ ਥੱਲੇ ਨੀਵੇਂ ਥਾਂ ਤੇ ਦਰਖਤ ਥੱਲੇ ਬੈਠੇ ਹਨ ਗੁਰੂ ਨਾਨਕ ਸਾਹਿਬ ਜੀ। ਦੇਹ ਜਲ ਮਮ ਪ੍ਰਸੰਗ ਹੈ ਐਸੇ। ਇਸ ਤਰ੍ਹਾਂ ਮੇਰਾ ਪ੍ਰਸੰਗ ਹੈ ਤੇ ਮੈਂ ਜਲ ਛਕਣ ਆਇਆ, ਮੈਨੂੰ ਪਾਣੀ ਪਿਆ ਦੇ। ਕੀਰਤ ਜਦ ਸ੍ਰੀ ਗੁਰੂ ਉਚਾਰੀ। ਜਦੋਂ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੀ ਮਹਿਮਾ ਉਚਾਰਨ ਕੀਤੀ ਪੀਰ ਦੇ ਕੋਲ। ਸਹਿ ਨਾ ਸਕਿਓ ਔਰ ਵਲੀ ਕੰਧਾਰੀ। ਇਹ ਵਲੀ ਕੰਧਾਰੀ ਸਹਾਰ ਨਾ ਸਕਿਆ। ਇਹ ਅਸਹਿਤਾ ਖਹਿਤਾ ਖੀਣਤਾ ਜਿਹੜੀ ਹੈ ਸਵਰਗ ਦੇ ਦੇਵਤਿਆਂ ਤੱਕ ਵੀ ਨਾਲ ਹੀ ਜਾਂਦੀ ਹੈ। ਮਹਾਂਪੁਰਖ ਦੱਸਿਆ ਕਰਦੇ ਨੇ
ਇਹ ਤਾਂ ਫਿਰ ਵਿਚਾਰਾ ਮਾਤ ਲੋਕ ਦਾ ਸੀ ਤਾਂ ਪੀਰ, ਪਰ ਵਰਨਾ ਭਾਵ ਨਹੀਂ ਜੇ ਕਿਸੇ ਵੱਡਾ ਕਰੇ। ਇੱਕ ਵਰਨ ਦਾ ਦੂਜੇ ਵਿੱਚ ਚੰਗਾ ਨਹੀਂ ਲੱਗਦਾ ਜੇ ਕੋਈ ਵਡਿਆਈ ਹੋ, ਤਾਂ ਇਸ ਨੂੰ ਪੀਰ ਨੂੰ ਗੁਰੂ ਨਾਨਕ ਸਾਹਿਬ ਦੀ ਸੋਭਾ ਸੁਣ ਕਰਕੇ ਈਰਖਾ ਹੋ ਗਈ, ਤਾਂ ਕਹਿਣ ਲੱਗਾ ਜਿਮ ਦ੍ਰਿਗ ਦੁਖ ਤੇ ਸੰਕਟ ਪੈ ਹੈ। ਤੇ ਕਵੀ ਜੀ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਕਿਸੇ ਦੀ ਅੱਖਾਂ ਦੁਖਦੀਆਂ ਹੋਣ, ਤੈਨੂੰ ਦੁੱਖ ਲੱਗਦਾ ਹੈ। ਦੀਪਕ ਦਿਪਤ ਨਹਿ ਨੈ ਸੋਹੈ ਹੈ। ਤਾਂ ਕਹਿੰਦੇ ਉਸ ਨੂੰ ਸੋ ਦੀਵਾ ਬਲਦਾ ਹੋਇਆ ਨਾ ਚੰਗਾ ਨਹੀਂ ਲੱਗਦਾ, ਚਾਨਣ ਨਹੀਂ ਚੰਗਾ ਲੱਗਦਾ ਅੱਖਾਂ ਦੁਖਦੀਆਂ ਵਾਲੇ ਨੂੰ। ਜਿੱਦਾਂ ਕਹੈ ਜੋ ਤਪਾ ਅਜਮਤੀ ਐਸੇ। ਤੇ ਕਹਿਣ ਲੱਗਾ ਜੇ ਗੁਰੂ ਨਾਨਕ ਤਪਾ ਐਡਾ ਹੀ ਕਰਾਮਾਤੀ ਹੈ, ਕਿਉ ਨਾਮ ਗਾਵ ਹੈ ਜਲ ਜਹ ਬੈਸੇ। ਤੇ ਜਿੱਥੇ ਬੈਠੇ ਹੋਏ ਨੇ ਉੱਥੇ ਪਾਣੀ ਕਿਉਂ ਨਹੀਂ ਮੰਗਾ ਲੈਂਦੇ ਹਨ। ਜਿਸ ਮਹਿ ਅਜਮਤ ਕਹਿ ਗਹੀਰ। ਤੇ ਤੂੰ ਕਹਿੰਦਾ ਉਹਨਾਂ ਵਿੱਚ ਬੜੀ ਭਾਰੀ ਅਜਮਤ ਕਰਾਮਾਤ ਹੈ। ਸੰਗੀ ਇਮ ਜਾਚਤ ਫਿਰ ਨੀਰ। ਤੇ ਉਹਨਾਂ ਦਾ ਸੰਗੀ ਹੋਵੇ ਤੇ ਤੂੰ ਪਾਣੀ ਮੰਗਦਾ ਫਿਰ। ਇਹਨੇ ਅੱਗੋਂ ਇਹੋ ਜਿਹਾ ਮਿਹਣਾ ਮਾਰਿਆ ਗੁਰੂ ਸਾਹਿਬ ਜੀ ਨੂੰ। ਉਚਿਤ ਤ੍ਰਿਖਾ ਤੁਰ ਕੋ ਜਲ ਦੇਣਾ। ਕਹਿੰਦੇ ਇਹ ਗੱਲ ਤਾਂ ਠੀਕ ਹੈ, ਪਿਆਸੇ ਨੂੰ ਪਾਣੀ ਪਿਆਉਣਾ ਚੰਗੀ ਗੱਲ ਤਾਂ ਹੈ। ਅਬ ਨਹਿ ਦੇਉ ਭੰਨੇ ਸੁਨ ਬੈਨਾ। ਇਸ ਵਾਸਤੇ ਕਹਿੰਦੇ ਹੁਣ ਨਹੀਂ ਮੈਂ ਤੈਨੂੰ ਪਾਣੀ ਦੇਵਾਂਗਾ। ਇਉਂ ਮਹਾਰਾਜ ਬਚਨ ਸੁਣ ਕੇ ਮਹਿਮਾ ਦੇ ਅੱਗੋਂ ਬਚਨ ਕੀਤਾ ਇਸ ਨੇ। ਸੁਣ ਮਰਦਾਨਾ ਤਾਕੀ ਆਇਸ। ਮਰਦਾਨੇ ਨੇ ਜਦੋਂ ਇਹਦੀ ਆਗਿਆ ਇਉਂ ਬਚਨ ਸੁਣੇ ਹਨ ਤਾਂ ਸਕਲਾ ਆਪਨ ਬਰਤੰਤ ਬਤਾਇਸ। ਆਪਣਾ ਸਾਰਾ ਪ੍ਰਸੰਗ ਦੱਸ ਦਿੱਤਾ ਇਸ ਨੇ ਵੀ ਮੈਂ ਵੀ ਮੁਸਲਮਾਨ ਹੀ ਆ, ਡੂਮ ਮਰਾਸ਼ੀ ਆ, ਤੂੰ ਮੁਸਲਮਾਨਾਂ ਮੈਨੂੰ ਜਲ ਛਕਾ ਦੇ। ਰਾਵਰ ਕੋ ਜਸ ਸੁਨ ਦੁਖ ਮਾਹਾ। ਤੇ ਆ ਗਿਆ ਵਾਪਸ ਗੁਰੂ ਸਾਹਿਬ ਨੂੰ ਆਣ ਕੇ ਸਾਰਾ ਪ੍ਰਸੰਗ ਸੁਣਾ ਕਰਕੇ ਕਹਿੰਦੇ ਮਹਾਰਾਜ ਤੁਹਾਡਾ ਜਸ ਸੁਣ ਕੇ ਬੜਾ ਦੁਖੀ ਹੋਇਆ ਉਹ। ਜਨ ਬਿਰਹਨ ਮਨ ਸਿਸ ਬਹੁ ਦਾਹਾ। ਮਾਨੋ ਜਿਸ ਤਰ੍ਹਾਂ ਕਿਸੇ ਬਿਰਹਨ ਵਿਜੋਗਣ, ਜੇ ਪਤੀ ਤੋਂ ਵਿਛੜੀ ਹੋਈ ਕੋਈ ਸਤੀ ਹੋਵੇ ਤੇ ਜਿਸ ਤਰ੍ਹਾਂ ਉਸ ਨੂੰ ਚੰਦਰਮਾ ਬੁਰਾ ਲੱਗਦਾ ਹੈ। ਅਸ ਪੁਰਸ਼ੋਤਮ ਸੰਗ ਜੇਠਾਨਾ। ਤੇ ਉਸ ਨੇ ਕਿਹਾ ਜੇ ਤੂੰ ਇੰਨੇ ਮਹਾਨ ਪੁਰਸ਼ ਦੇ ਨਾਲ ਤੂੰ ਸੰਗਤ ਕਰਦਾ ਹੈ ਤਾਂ ਜਲ ਜਾਚਤ ਵਿਚਰਤ ਬਹੁ ਥਾਨਾ। ਤੇ ਤੂੰ ਥਾਂ ਥਾਂ ਤੇ ਪਾਣੀ ਕਿਉਂ ਮੰਗਦਾ ਫਿਰਦਾ ਹੈ। ਕਿਉ ਨਾ ਨਿਕਸਾ ਹੈ ਨਿਕਟ ਸੋ ਨੀਰਾ। ਕਿਉਂ ਨਹੀਂ ਆਪਣੇ ਨੇੜਿਓਂ ਪਾਣੀ ਕੱਢ ਲੈਂਦੇ ਉਹ। ਜੇ ਅਜਮਤ ਕਰ ਹੋਏ ਗਹੀਰਾ। ਜੇ ਮਹਾਨ ਗਹੀਰ, ਮਹਾਨ ਕਹਿੰਦੇ ਨੇ ਵੱਡੇ ਕਰਾਮਾਤੀ ਹਨ, ਤੇ ਪਾਣੀ ਉੱਥੋਂ ਕੱਢ ਲੈਣ ਜਿੱਥੇ ਬੈਠੇ ਹਨ। ਸ੍ਰੀ ਗੁਰੂ ਨਾਨਕ ਪੁਨ ਮੁਸਕਾਨੇ। ਮੇਰੇ ਧੰਨ ਗੁਰੂ ਪਾਤਸ਼ਾਹ ਜੀ ਹੱਸ ਪਏ, ਮੁਸਕਰਾਏ ਨੇ ਗੱਲ ਸੁਣ ਕੇ। ਭਨਿਓ ਸੋ ਤਿਸ ਕੇ ਮਾਨ ਮਹਾਨੇ। ਮੇਰੇ ਸਤਿਗੁਰੂ ਜੀ ਨੇ ਕਿਹਾ ਮਰਦਾਨਾ ਉਹਨੂੰ ਹੰਕਾਰ ਬੜਾ ਹੈ, ਉਸ ਨੂੰ ਆਪਣੀ ਤਪੱਸਿਆ ਦਾ, ਆਪਣੀ ਕਰਾਮਾਤ ਦਾ ਮਾਣ ਹੈ। ਸਹਿ ਨਹਿ ਸਕ ਹੈ ਅਪਰ ਵਡਾਈ। ਉਹ ਦੂਸਰੇ ਦੀ ਕਿਸੇ ਦੀ ਵਡਿਆਈ ਨਹੀਂ ਸਹਾਰ ਸਕਦਾ। ਆਮ ਤੌਰ ਤੇ ਇਹ ਹੈ ਹਉਮੈ ਦਾ ਰੂਪ। ਕੋਈ ਵੀ ਹੈ, ਛੋਟਾ ਹੈ ਕੋਈ ਵੱਡਾ ਹੈ, ਇਹ ਸਭਨਾਂ ਵਿੱਚ ਹਉਮੈ ਦੀਰਘ ਰੋਗ ਹੈ। ਤਾਂ ਇਹ ਮਹਾਰਾਜ ਕਹਿੰਦੇ ਉਸ ਦੇ ਮਨ ਵਿੱਚ ਹੈ ਕਿ ਮੈਂ ਇੰਨੀ ਤਪੱਸਿਆ ਕਰਦਾ, ਮੇਰੇ ਕੋਲ ਇੰਨੀ ਸ਼ਕਤੀ ਹੈ। ਇਸ ਵਾਸਤੇ ਸੋ ਉਹ ਦੂਸਰੇ ਦੀ ਸੋਭਾ ਸੁਣ ਨਹੀਂ ਸਕਦਾ। ਇਹ ਆਮ ਹੰਕਾਰ ਦਾ ਰੂਪ ਹੈ। ਕਿਉਂ ਗੁਰੂ ਸਾਹਿਬ ਨੇ ਕਿਹਾ ਵੀ ਉਹ ਸੋ ਸੁਣ ਕੇ ਸਹਾਰ ਨਹੀਂ ਸਕਦਾ ਹੈ, ਮਾਣ ਹੈ ਉਸ ਨੂੰ। ਮਤ ਸਰ ਪਾਵਕ ਤੇ ਤਪਤਾਈ। ਉਹ ਮਤਸਰ ਈਰਖਾ ਦੇ ਨਾਲ ਕਹਿੰਦੇ ਤਪਦਾ ਹੈ। ਤੇ ਮੇਰੇ ਸਤਿਗੁਰੂ ਜੀ ਇਹੋ ਹੀ ਤਾਂ ਇਲਾਜ ਕਰਨ ਵਾਸਤੇ ਗਏ ਸਨ। ਤੁਰਕ ਰੂਪ ਤੂੰ ਤੇ ਢਿਗ ਜੈ ਕੈ। ਤੇ ਮਹਾਰਾਜ ਕਹਿੰਦੇ ਦੁਬਾਰਾ ਫਿਰ ਕਿਹਾ, ਕਹਿੰਦੇ ਤੇਰਾ ਵੀ ਮੁਸਲਮਾਨਾਂ ਦੇ ਘਰ ਦਾ ਜਨਮ, ਤੁਰਕ ਰੂਪ ਹੈ ਤੇਰਾ। ਜਲ ਜਾਚੋ ਪੀਵੋ ਤ੍ਰਿਪਤੈ ਕੈ। ਤੇ ਜਾ ਤੂੰ ਫਿਰ ਦੁਬਾਰਾ ਜਾ ਕੇ ਉਹਦੇ ਕੋਲੋਂ ਜਲ ਮੰਗ ਕਰਕੇ ਨਾ, ਜਲ ਛਕ ਕਰਕੇ ਆਪਣੀ ਤ੍ਰਿਸ਼ਨਾ ਬੁਝਾ ਲੈ। ਤੁਰਕ ਤੁਰਕ ਸੋ ਰਾਖੇ ਭਾਏ। ਦੇਖੋ ਫਿਰ ਵੀ ਮੁਸਲਮਾਨ ਦਾ ਭਾਈ ਪਿਆਰ ਹੁੰਦਾ ਹੈ। ਨਿਮਰ ਹੋਏ ਲੀਜੇ ਜਲ ਜਾਏ। ਤੇ ਤੂੰ ਜਾ ਕੇ ਹੋਰ ਨਿਮਰਤਾ ਨਾਲ ਬੇਨਤੀ ਕਰਕੇ ਜਲ ਛਕ ਲੈ। ਗੁਰ ਆਇਸ ਤੇ ਪੁਨ ਮਰਦਾਨਾ ਕਹਿੰਦਾ ਜੀ ਸਤ ਬਚਨ ਗੁਰੂ ਦਾ ਆਗਿਆਕਾਰੀ ਸੀ। ਤੇ ਮੇਰੇ ਸਤਿਗੁਰੂ ਪਾਤਸ਼ਾਹ ਗਰੀਬ ਨੂੰ ਅੱਜ ਤੱਕਦੇ ਹਨ ਕਿ ਕਿੱਥੋਂ ਤੱਕ ਉਸ ਦੇ ਹੰਕਾਰ ਦੀ ਹੱਦ ਹੈ, ਨਿਆਉਂਦਾ ਕਿ ਨਹੀਂ। ਦੁਬਾਰਾ ਫਿਰ ਮਰਦਾਨਾ ਜੀ ਨੂੰ ਭੇਜਿਆ ਹੈ। ਗਇਓ ਪੀਰ ਢਿਗ ਬਾਗ ਬਖਾਨਾ। ਜਾ ਕਰਕੇ ਫਿਰ ਉਸ ਪੀਰ ਦੇ ਕੋਲ ਜਾ ਕਰਕੇ
ਤੋ ਬਚਨ ਕੀਤਾ ਮਰਦਾਨਾ ਜੀ ਨੇ। ਪਾਨ ਦਾਨ ਕੋ ਫਲ ਅਧਕਾਈ, ਦੇਖੋ ਜੀ, ਜਲ ਦਾਨ ਕਰਨ ਦਾ ਬਹੁਤ ਫਲ ਹੁੰਦਾ ਹੈ। ਇਹ ਨ ਢਿੱਗ ਹੈ ਪਿਖੀ ਸਥਾਈ, ਮੈਂ ਸਾਰੇ ਥਾਂ ਵੇਖੇ ਨੇ, ਕਿਤੇ ਜਲ ਮਿਲਿਆ ਨਹੀਂ ਹੈ। ਸੁਨ ਕਰ ਕ੍ਰੋਧ ਹਟਾਏ ਸੋ ਫੇਰ, ਇਸ ਪ੍ਰਕਾਰ ਕਹਿੰਦੇ ਨੇ, ਸੋ ਸੁਣ ਕਰਕੇ ਨਾ ਗੱਲ ਫਿਰ ਇਸ ਤਰੀਕੇ ਨਾਲ ਕ੍ਰੋਧ ਦੇ ਨਾਲ ਹਟਾਤਾ, ਮੋੜ ਦਿੱਤਾ ਮਰਦਾਨਾ ਜੀ ਨੂੰ। ਤੋਹੇ ਨਾ ਜਲ ਦੇਵੋ ਕਿਸ ਬੇਰ, ਕਹਿੰਦੇ ਜਿੰਨੀ ਵਾਰ ਮਰਜੀ ਆ ਤੈਨੂੰ ਪਾਣੀ ਨਹੀਂ ਦੇਣਾ, ਇਉਂ ਇਹਨੂੰ ਕਹਿ ਦਿੱਤਾ। ਅਜਮਤ ਕੋ ਕਹਿ ਬਾਕ ਜਨਾਵਤ, ਕਹਿੰਦੇ ਗੱਲਾਂ ਕਰਦੇ ਹਨ ਵੀ ਮੇਰਾ ਪੀਰ ਜਿਹੜਾ ਮੇਰਾ ਗੁਰੂ ਬਹੁਤ ਆਪਣਾ ਕਰਾਮਾਤਾਂ ਦਾ ਮਾਲਕ ਹੈ। ਪੀਨ ਹੇਤ ਕਰ ਨੀਰ ਨ ਪਾਵਤ, ਤੇ ਕਹਿੰਦੇ ਪੀਣ ਵਾਸਤੇ ਪਾਣੀ ਨਹੀਂ ਲੈ ਸਕਦਾ, ਕੱਢ ਸਕਦਾ ਉਹ, ਇਉਂ ਮਿਹਣੇ ਮਾਰੀ ਜਾਂਦਾ ਬਾਰ-ਬਾਰ ਇਹ। ਰਿਸ ਕੋ ਹੇਰ ਹਟਿਓ ਮਰਦਾਨਾ, ਤੇ ਮਰਦਾਨਾ ਜੀ ਨੇ ਦੇਖਿਆ ਵੀ ਇਹ ਕ੍ਰੋਧ ਵਿੱਚ ਨਾਰਾਜ਼ ਹੈ, ਇਸ ਵਾਸਤੇ ਮਰਦਾਨਾ ਜੀ ਵਾਪਸ ਆ ਗਏ। ਨਹਿ ਦੇ ਜਲ ਗੁਰ ਨਿਕਟ ਬਖਾਨਾ, ਤੇ ਗੁਰੂ ਸਾਹਿਬ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਵੀ ਪਾਣੀ ਨਹੀਂ ਉਹ ਦਿੰਦਾ ਕਿਸੇ ਵੀ ਮੁੱਲ ਤੇ। ਸ੍ਰੀ ਨਾਨਕ ਸਭ ਅੰਤਰਜਾਮੀ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਭ ਅੰਤਰਜਾਮੀ ਹਨ। ਪਰ ਦੇਖੋ ਸਿਦਕ ਮਰਦਾਨਾ ਜੀ ਦਾ ਹੈ ਤੇ ਗੁਰੂ ਦਾ ਹੀ ਕੌਤਕ ਹੈ ਨਾ। ਇੱਕ ਪਾਸੇ ਤੇ ਪਿਆਸ ਲੱਗੀ ਹੋਈ ਹੈ ਤੇ 3 ਮੀਲ ਉੱਚੀ ਪਹਾੜੀ, ਹੁਣ ਪਹਿਲੇ ਗਿਆ ਤੇ ਫਿਰ ਮੁੜ ਕੇ ਆਇਆ, ਦੁਬਾਰਾ ਭੇਜਿਆ, ਫਿਰ ਗਿਆ ਚੜ੍ਹ ਕੇ ਪਹਾੜੀ ਤੇ ਫਿਰ ਮੁੜ ਕੇ ਆਇਆ। ਦੇਖ ਲਓ, ਜੇ 3 ਮੀਲ ਹੈ ਤੇ 12 ਮੀਲ ਤਾਂ ਹੋ ਗਿਆ ਆਉਣ ਜਾਣ ਦੇ ਵਿੱਚ। ਪਰ ਉਹ ਮਰਦਾਨਾ ਵੀ ਸਿਦਕੀ ਗੁਰੂ ਦਾ ਪਿਆਰਾ ਹੈ ਤੇ ਖੇਲ ਵੀ ਗੁਰੂ ਨਾਨਕ ਦਾ। ਮਹਾਰਾਜ ਪਰਖਦੇ ਹਨ ਭਈ ਕਿਤੇ ਨਿਮਰਤਾ ਹੋਵੇ ਸਹੀ, ਪਰ ਤੱਕਿਆ ਵੀ ਨਹੀਂ। ਸੋ ਕਰਮ ਕਰਤ ਵਧੇ ਅਹਮੇਵ, ਭਗਤ ਰਵਿਦਾਸ ਜੀ ਕਹਿੰਦੇ ਜਿੰਨੇ ਜਿੰਨੇ ਧਰਮ ਦੇ ਕਰਮ ਕਰਦਾ ਹੰਕਾਰ ਵੱਧਦਾ ਜਾਂਦਾ ਹੈ। ਬਿਨਾਂ ਨਿਮਰ ਹੋਏ ਤੋਂ ਗੱਲ ਬਣਨੀ ਨਹੀਂ। ਇਸ ਵਾਸਤੇ ਹਜੂਰ ਜੀ ਨੇ ਤੱਕ ਲਿਆ ਇਸ ਦੇ ਹੰਕਾਰ ਨੂੰ। ਸਭ ਵਿਦ ਜਾਨ ਪੀਰ ਕੀ ਖਾਮੀ, ਮੇਰੇ ਸਤਿਗੁਰੂ ਜੀ ਨੇ ਸਾਰੀ ਪੀਰ ਦੀ ਖਾਮੀ ਕਚਿਆਈ ਜਾਣ ਲਈ, ਤਪ ਤਾਂ ਹੈ, ਤਪੱਸਿਆ ਤੇ ਕਰਦਾ ਹੈ, ਪਰ ਲੋਕ ਦਾ ਸੁੱਖ ਵੀ ਲੋੜਦਾ ਹੈ, ਪਰ ਇਹਦੇ ਵਿੱਚ ਆ ਹੰਕਾਰ ਦੀ ਕਚਿਆਈ ਹੈ। ਫੁੱਤੀ ਲਸਟ ਕਾ ਹਾਥ ਮਝਾਰੀ, ਮੇਰੇ ਧੰਨ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਇੱਕ ਲਾਠੀ ਸੀ, ਲਸਟਕਾ ਲਾਠੀ ਛੋਟੀ। ਤਿਸ ਗਿਰ ਕੀ ਜਰ ਮਹਿ ਤਬ ਮਾਰੀ, ਮਹਾਰਾਜ ਨੇ ਉਹੋ ਹੀ ਸੋਟੀ ਜਿਹੜੀ ਸੀ ਪਹਾੜ ਦੇ ਮੁੱਢ ਵਿੱਚ ਮਹਾਂ ਨੇ ਠੋਕ ਦਿੱਤੀ ਹੈ। ਸੀਤਲ ਜਲ ਨਿਰਮਲ ਤਿਸ ਕਾਲਾ, ਤੇ ਮੇਰੇ ਸਤਿਗੁਰੂ ਨੇ ਜਦੋਂ ਲਾਠੀ ਠੋਕ ਕਰਕੇ ਪੱਟੀ ਹੈ ਤੇ ਉੱਥੋਂ ਸੋਹਣਾ ਜਲ ਜਿਹੜਾ ਠੰਡਾ ਨਿਕਲ ਆਇਆ ਹੈ। ਨਿਕਸਤ ਬਹਿਓ ਪ੍ਰਵਾਹ ਵਿਸਾਲਾ, ਬੜਾ ਸੋਹਣਾ ਕਹਿੰਦੇ ਉਹ ਜਲ ਦਾ ਪ੍ਰਵਾਹ ਬਹੁਤ ਸਾਰਾ ਚੱਲ ਪਿਆ ਹੈ। ਵਲੀ ਕੰਧਾਰੀ ਕੋ ਜਲ ਜੇ ਤੋ, ਜਿਤਨਾ ਕੁ ਇਹਨੇ ਪਾਣੀ ਰੋਕ ਕੇ ਪਹਾੜੀ ਤੇ ਰੱਖਿਆ ਸੀ ਸਾਰਾ, ਗਿਰ ਮਹਿ ਪ੍ਰਵੇਸ਼ ਸੁਸਕ ਗਾ ਤੇ ਤੋ, ਉਹ ਸਾਰਾ ਪਾਣੀ ਪਹਾੜੀ ਦੇ ਵਿੱਚ ਜਿਹੜਾ ਸੀ ਸੁੱਕ ਗਿਆ, ਜੀਰ ਗਿਆ, ਤੇ ਮਹਾਰਾਜ ਨੇ ਥੱਲਿਓਂ ਚਸ਼ਮਾ ਚਲਾ ਦਿੱਤਾ ਜਲ ਦਾ। ਪਿਖ ਅਚਰਜ ਕੋ ਠਾਨਿਓ ਧਿਆਨਾ, ਤਾਂ ਜਿਸ ਵੇਲੇ ਅਚਰਜ ਹੈਰਾਨ ਹੋ ਗਿਆ ਵੀ ਮੇਰਾ ਤਲਾਅ ਜਿਹੜਾ ਮੈਂ ਪਾਣੀ ਰੋਕਿਆ ਸੀ, ਜਿਹਦਾ ਬਾਣ ਸੀ, ਉਹ ਤਾਂ ਸੁੱਕ ਗਿਆ। ਧਿਆਨ ਲਾ ਕੇ ਵੇਖਦਾ ਕੀ ਗੱਲ ਬਣੀ ਹੈ। ਤਪ ਬਲ ਤੇ ਸੋ ਬਿਰਤਾਂਤ ਪਛਾਨਾ, ਉਦੋਂ ਤਪ ਦੇ ਬਲ ਦੇ ਨਾਲ ਪਛਾਣ ਲਿਆ ਵੀ ਜਿਹੜਾ ਨੂੰ ਮੈਂ ਮਿਹਣਾ ਮਾਰਿਆ ਸੀ ਨਾ, ਕਹਿੰਦੇ ਵੀ ਬੜੇ ਕਰਾਮਾਤ ਦੇ ਮਾਲਕ ਨੇ, ਤੇ ਮੈਂ ਕਿਹਾ ਸੀ ਵੀ ਪਾਣੀ ਉੱਥੇ ਕਿਉਂ ਨਹੀਂ ਕੱਢ ਲੈਂਦੇ। ਇਹਨੇ ਦੇਖਿਆ ਵੀ ਪਾਣੀ ਤੇ ਖਿੱਚ ਲਿਆ ਉਹਨਾਂ ਨੇ। ਤਿਸ ਛਿਨ ਭਾਰੀ ਸ਼ਿਲਾ ਵਿਸਾਲਾ, ਤੇ ਫਿਰ ਆਪਣਾ ਕ੍ਰੋਧ ਜਣਾ ਕਰਕੇ ਆਪਣੀ ਸ਼ਕਤੀ ਦਿਖਾਉਣ ਵਾਸਤੇ ਆਪਣੀ ਕਰਾਮਾਤ ਦੇ ਨਾਲ ਵੱਡਾ ਭਾਰੀ ਪਹਾੜ ਜਿਹੜਾ ਰੇੜ ਦਿੱਤਾ ਵੀ ਮਹਾਰਾਜ ਥੱਲੇ ਬੈਠੇ ਨੇ, ਪਹਾੜ ਰੇੜਦੇ ਨੇ ਉੱਤੋਂ। ਇਸ ਪ੍ਰਕਾਰ ਆਪੇ ਥੱਲੇ ਆਣ ਕੇ ਮਹਾਰਾਜ ਦਾ ਨੁਕਸਾਨ ਹੋਊ, ਨਹੀਂ ਤੇ ਚਸ਼ਮਾ ਬੰਦ ਹੋ ਜਾਊਗਾ। ਅਜਮਤ ਤੇ ਪਰਹਾਰ ਤਿਸ ਕਾਲਾ, ਆਪਣੀ ਕਰਾਮਾਤ ਦੇ ਨਾਲ ਇਹ ਵਾਰ ਕੀਤਾ ਗੁਰੂ ਸਾਹਿਬ ਤੇ। ਚਲੀ ਬੇਗ ਤੇ ਤਰ ਕੋ ਤੋਰਤ, ਉਹ ਹੁਣ ਜਿਹੜੀ ਪਹਾੜ ਸ਼ਿਲਾ ਹੈ, ਵੱਡਾ ਭਾਰੀ ਪੱਥਰ ਹੈ, ਹੁਣ ਦਰਖਤਾਂ ਨੂੰ ਭੰਨਦਾ ਤੋੜਦਾ ਕਹਿੰਦੇ ਥੱਲੇ ਨੂੰ ਰੜਿਆ ਜਾਂਦਾ ਹੈ। ਮਗ ਮਹਿ ਅਪਰ ਸਿਲਨ ਕੋ ਫੋਰਤ, ਤੇ ਜਿਹੜੀਆਂ ਰਸਤੇ ਦੇ ਵਿੱਚ ਹੋਰ ਸਿਲਾ, ਸੋ ਇਸ ਪ੍ਰਕਾਰ ਪੱਥਰ ਆਏ ਨੇ, ਉਹਨਾਂ ਨੂੰ ਤੋੜਦਾ ਹੋਇਆ ਤੇ ਬੜਾ ਖੜਕਾ ਹੁੰਦਾ ਤੇ ਰੜਿਆ ਜਾ ਰਿਹਾ ਹੈ। ਜਲ ਰੋਕਣ ਕੋ ਆਵਤ ਧਾਈ, ਤੇ ਇਹ ਪਾਣੀ ਨੂੰ ਰੋਕਣ ਵਾਸਤੇ ਸੋ ਇਸ ਪ੍ਰਕਾਰ ਪੱਥਰ ਆਉਂਦਾ ਹੈ ਰੜਿਆ। ਬੱਜਰ ਸਮਾਨ ਸੋ ਨਾਦ ਉਠਾਈ, ਜਿਸ ਤਰ੍ਹਾਂ ਬਿਜਲੀ ਕੜਕਦੀ ਆ ਕਹਿੰਦੇ ਇਸ ਤਰ੍ਹਾਂ ਦੇ ਨਾਲ ਉਹਦੀ ਆਵਾਜ਼ ਹੋ ਰਹੀ ਆ ਰੜੇ ਆਉਂਦੇ ਦੀ। ਅਜਮਤ ਨਿਜ ਅਜਮਤ ਜੁਤ ਦੇਖੀ, ਜਦੋਂ ਗੁਰੂ ਪਾਤਸ਼ਾਹ ਜੀ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਕਰਾਮਾਤ ਨਾਲ ਤੱਕਿਆ ਵੀ ਇਹ ਪੀਰ ਦੀ ਕਰਾਮਾਤ ਹੈ, ਉਹ ਆਪਣੇ ਗੁਰੂ ਸਾਹਿਬ। ਦੇਖੋ ਆਮ ਲੋਕ ਕਹਿ ਦਿੰਦੇ ਨੇ, ਕਹਿੰਦੇ ਜੀ
ਮਹਾਰਾਜ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਖੰਡੇ ਖੜਕਾਏ, ਜੰਗ ਕੀਤੇ। ਜੰਗ ਗੁਰੂ ਨਾਨਕ ਦਾ ਹੀ ਸ਼ੁਰੂ ਹੈ। ਜਿੱਥੇ ਵੀ ਗਏ ਨੇ ਉੱਥੇ ਜੰਗ ਕੀਤਾ ਹੈ, ਜਿੱਤਿਆ ਹੈ। ਸ਼ਕਤੀਆਂ ਕਰਾਮਾਤਾਂ ਦੇ ਨਾਲ, ਬਚਨ ਬਿਲਾਸ ਗਿਆਨ ਦੇ ਸਿੱਧਾਂ ਦੇ ਨਾਲ। ਹੁਣ ਜਿੱਥੇ ਵੀ ਗਏ ਨੇ, ਜਿਹੜੇ ਲੋਕ ਕਹਿ ਦਿੰਦੇ ਨੇ, ਜਾਂ ਤਾਂ ਉਹਨਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਹੀ ਨਹੀਂ ਤੇ ਗੁਰੂ ਨਾਨਕ ਨੂੰ ਸਮਝਿਆ ਹੀ ਨਹੀਂ। ਜਿੱਥੇ ਵੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਗਏ ਨੇ, ਕੋਈ ਨਾ ਕੋਈ ਆਪਣੀ ਕਲਾ ਦਿਖਾਈ ਹੈ। ਉਸ ਕਲਾ ਨੂੰ ਦੇਖ ਕਰਕੇ ਹੀ ਲੋਕ ਝੁੱਕ ਕੇ ਗੁਰੂ ਦੇ ਚਰਨਾਂ ਵਿੱਚ ਢੱਠੇ ਤੇ ਗੁਰੂ ਸਾਹਿਬ ਨੇ ਸਿੱਖੀ ਨਾਮਦਾਨ ਬਖਸ਼ਿਸ਼ ਕੀਤਾ ਹੈ। ਸੋ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਤੱਕਿਆ ਇਸ ਦੀ ਕਰਾਮਾਤ ਨੂੰ, ਜੋ ਬਲੀ ਕੰਧਾਰੀ ਨੇ ਆਪਣੀ ਸ਼ਕਤੀ ਦਿਖਾਈ ਹੈ। ਜਲ ਹੈ ਆਸ਼ਾਦਨ ਆਏ ਬਸੇਖੀ। ਤੱਕਿਆ ਹੈ ਇਹ ਹੁਣ ਲੜਾਈ ਤੇ ਪਾਣੀ ਦੀ ਹੈ, ਵੀ ਮੇਰਾ ਪਾਣੀ ਕਿਉਂ ਖਿੱਚਿਆ, ਹੁਣ ਮੈਂ ਰੋਕ ਦੇਣਾ। ਪਹਾੜ ਰੇੜ ਦਿੱਤਾ ਵੀ ਥੱਲਿਓਂ ਪਹਾੜ ਦਿਓ। ਸੋ ਇਸ ਪ੍ਰਕਾਰ ਪਾਣੀ ਕੱਢਿਆ ਤੇ ਉੱਥੇ ਮੈਂ ਵੱਡਾ ਪਹਾੜ ਰੇੜ ਦਿੰਦਾ, ਥੱਲੇ ਉੱਤੇ ਪੱਥਰ ਆ ਜਾਊਗਾ, ਪਾਣੀ ਬੰਦ ਕਰ ਦੂੰ। ਸੋ ਮਹਾਰਾਜ ਸਤਿਗੁਰੂ ਨੇ ਦੇਖ ਲਿਆ ਜਦੋਂ, ਸ੍ਰੀ ਗੁਰ ਨੇ ਤਬ ਹਾਥ ਪਸਾਰਾ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਨੇ ਆਪਣਾ ਹੱਥ ਪਸਾਰ ਕੇ ਖੜਾ ਕੀਤਾ। ਤਿਸ ਆਵਤ ਕੇ ਕੀਨ ਅਗਾਰਾ। ਉਹ ਆਉਂਦਾ ਜਿਹੜਾ ਵੱਡਾ ਭਾਰੀ ਪਹਾੜ ਰੜਿਆ ਆਉਂਦਾ ਸੀ ਪੱਥਰ, ਉਹਦੇ ਅੱਗੇ ਆਪਣਾ ਹੱਥ ਕਰ ਦਿੱਤਾ। ਸਹਿਜ ਸੁਭਾਇਕ ਬੈਠੇ ਰਹੇ। ਤੇ ਸੁਤੇ ਸੁਭਾ ਗੁਰੂ ਸਾਹਿਬ ਬੈਠੇ ਰਹੇ ਨੇ, ਉੱਠੇ ਨਹੀਂ, ਡਰੇ ਨਹੀਂ। ਸੋ ਰੋਕੀ ਜਲ ਉੱਪਰ ਅਹੇ। ਤੋ ਪਾਣੀ ਦੇ ਉੱਪਰ ਆਉਣ ਤੋਂ ਪਹਿਲਾਂ ਹੀ ਪੰਜਾ ਲਾ ਕੇ ਮਹਾਰਾਜ ਨੇ ਉਸ ਪਹਾੜ ਨੂੰ ਰੋਕ ਦਿੱਤਾ। ਮਹਾ ਪ੍ਰਵਾਹ ਨੀਰ ਕੋ ਚਾਲੇ। ਹੁਣ ਜਲ ਦਾ ਪ੍ਰਵਾਹ ਜਿਹੜਾ ਉਸੇ ਤਰ੍ਹਾਂ ਜਾਰੀ ਰਿਹਾ ਹੈ, ਚੱਲੀ ਜਾਂਦਾ ਹੈ। ਠਹਿਰੀ ਉੱਪਰ ਸ਼ਿਲਾ ਵਿਸਾਲੇ। ਇਹ ਜੋ ਸ਼ਿਲਾ ਵੱਡਾ ਭਾਰੀ ਪਹਾੜ ਇਹਨੇ ਰੇੜਿਆ ਸੀ, ਪੱਥਰ ਦੀ ਸ਼ਿਲਾ ਉੱਥੇ ਹੀ ਰੋਕ ਦਿੱਤੀ ਮਹਾਰਾਜ ਨੇ। ਰੋਕਿਓ ਨਾ ਨੀਰ ਪੀਰ ਨ ਜਾਨੀ। ਤੇ ਪੀਰ ਨੇ ਦੇਖ ਲਿਆ ਵੀ ਮੈਂ ਪਾਣੀ ਰੋਕਣਾ ਸੀ, ਪਾਣੀ ਤੇ ਰੁਕਿਆ ਨਹੀਂ, ਪੱਥਰ ਰਾਹ ਦੇ ਵਿੱਚ ਖੜ ਗਿਆ ਹੈ। ਨਿਜ ਅਜਮਤ ਪੁਨ ਆ ਲਾਏ ਮਹਾਨੀ। ਫਿਰ ਉਸਨੇ ਆਪਣੀ ਕਰਾਮਾਤ ਸ਼ਕਤੀ ਦੇ ਨਾਲ ਉਸ ਪੱਥਰ ਨੂੰ ਧੱਕਣ ਦੀ ਕੋਸ਼ਿਸ਼ ਕੀਤੀ। ਮੈਂ ਧੱਕ ਕੇ ਪਾਣੀ ਦੇ ਉੱਤੇ ਕਰ ਦਿਆਂ, ਜ਼ੋਰ ਲਾਇਆ ਉਸਨੇ। ਕਰੀ ਧਕਾਵਨ ਸਿਲਾ ਅਗਾਰੀ। ਉਸ ਸਿਲਾ ਨੂੰ, ਪੱਥਰ ਨੂੰ ਸੋ ਆਪਣੀ ਸ਼ਕਤੀ ਨਾਲ ਧੱਕਿਆ ਉਸਨੇ। ਸਗਰੋ ਓਜ ਲਾਏ ਨਿਜ ਭਾਰੀ। ਜਿੰਨੀ ਉਹਦੇ ਕੋਲ ਸ਼ਕਤੀ ਸੀ, ਕਰਾਮਾਤ ਸੀ, ਸਭ ਤਾਣ ਲਾ ਦਿੱਤਾ ਉਸਨੇ। ਹਾਥ ਬੱਜਰ ਸਮ ਧਸਿਓ ਮਝਾਰੀ। ਤੇ ਸਾਹਿਬ ਗੁਰੂ ਨਾਨਕ ਨੇ ਪੰਜਾ ਹੱਥ ਖੜਾ ਕੀਤਾ ਸੀ। ਉਹ ਜਿੰਨਾ ਕਰਾਮਾਤ ਨਾਲ ਉਹਨੇ ਪੱਥਰ ਧੱਕਿਆ, ਗੁਰੂ ਸਾਹਿਬ ਦਾ ਉਤਨਾ ਹੀ ਪੰਜਾ ਜਿਹੜਾ ਸੀ ਉਹ ਪਹਾੜ ਦੇ ਪੱਥਰ ਦੇ ਵਿੱਚ ਖੁੱਭ ਗਿਆ, ਜਿਹਨੂੰ ਕਹਿੰਦੇ ਪੰਜਾ ਸਾਹਿਬ। ਗੁਰੂ ਸਾਹਿਬ ਦਾ ਪੰਜਾ ਲੱਗ ਗਿਆ ਉਹਦੇ ਵਿੱਚ। ਰਹੀ ਅਟਕ ਲੱਖ ਵਲੀ ਕੰਧਾਰੀ। ਜਿਹੜੇ ਬਲੀ ਕੰਧਾਰੀ ਨੇ ਜ਼ੋਰ ਲਾ ਕੇ ਵੇਖ ਲਿਆ ਵੀ ਹੁਣ ਇਹ ਸਿਲਾ ਅਟਕ ਗਈ, ਹੁਣ ਨਹੀਂ ਪਹਾੜ ਅੱਗੇ ਹਿਲਦਾ। ਆਪਣੀ ਸਖਤ ਅਲਪ ਵਿਚਾਰੀ। ਹੁਣ ਜਾਣ ਲਿਆ ਵੀ ਮੇਰੀ ਸ਼ਕਤੀ ਥੋੜੀ ਹੈ। ਤੇ ਉਹ ਆਏ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ, ਜਾਹਰ ਪੀਰ ਜਗਤ ਗੁਰ ਬਾਬਾ, ਉਹਨਾਂ ਵਿੱਚ ਸ਼ਕਤੀ ਵੱਡੀ ਹੈ। ਰੁਕ ਨਹਿ ਸਕਿਓ ਚੱਲੇ ਬਹੁ ਬਾਰੀ। ਇਸ ਪ੍ਰਕਾਰ ਵੀ ਪਾਣੀ ਰੁਕ ਨਹੀਂ ਸਕਿਆ ਮੇਰੇ ਕੋਲੋਂ, ਬਾਰੀ ਪਾਣੀ ਜਿਹੜਾ ਬਹੁਤ ਚਲੀ ਜਾਂਦਾ ਹੈ। ਅਬ ਲਗ ਥਾਨ ਬਿਦਤ ਜਗ ਮਾਹੀ। ਤੇ ਕਵੀ ਜੀ ਕਹਿੰਦੇ ਹੁਣ ਤੱਕ ਕਹਿੰਦੇ ਦੁਨੀਆ 'ਚ ਉਹ ਪ੍ਰਗਟ ਸਥਾਨ ਹੈ ਮਹਾਰਾਜ ਜੀ ਦਾ। ਗੁਰ ਕਰ ਚਿਹਨ ਲਖਿਓ ਸਿਲ ਮਾਹੀ। ਤੇ ਮੇਰੇ ਸਤਿਗੁਰੂ ਦੇ ਹੱਥ ਦਾ ਚਿੰਨ ਜਿਹੜੇ ਨਿਸ਼ਾਨ ਸੀ ਨਾ, ਉਹ ਪੰਜੇ ਦੇ, ਉਹ ਪੰਜਾ ਜਿਹੜਾ ਪੱਥਰ ਵਿੱਚ ਲੱਗ ਗਿਆ। ਰਹੇ ਮਿਟਾਏ ਯਤਨ ਤੇ ਕੇਈ। ਤਾਂ ਕਹਿੰਦੇ ਨੇ ਭਾਈ ਸਾਹਿਬ ਵੀ ਬਹੁਤਿਆਂ ਨੇ ਯਤਨ ਕੀਤਾ, ਪਰ ਇਹ ਜਿਹੜਾ ਨਿਸ਼ਾਨ ਨਾ ਗੁਰੂ ਸਾਹਿਬ ਦੇ ਪੰਜੇ ਦਾ, ਇਹ ਮਿਟਾ ਦਈਏ ਪੱਥਰ ਵਿੱਚੋਂ। ਰਹਿਓ ਸੋ ਚਿਹਨ ਹਾਰ ਗੇ ਤੇਈ। ਕਹਿੰਦੇ ਨੇ ਭਾਈ ਉਹ ਨਿਸ਼ਾਨ ਮਿਟਿਆ ਨਹੀਂ, ਸਭ ਕਹਿੰਦੇ ਨੇ ਯਤਨ ਕਰਨ ਵਾਲੇ ਹਾਰ ਗਏ। ਦੱਸਿਆ ਕਰਦੇ ਸਨ ਮਹਾਂਪੁਰਸ਼ ਕਿ ਅੰਗਰੇਜ਼ ਬੜਾ ਸ਼ੱਕੀ ਹੈ। ਜਦੋਂ ਇਹਦਾ ਰਾਜ ਹੋਇਆ ਨਾ, ਇਹਨੇ ਸੋਚਿਆ ਵੀ ਪੰਜਾ ਸਾਹਿਬ ਕਰਕੇ ਪੂਜਦੇ ਬਹੁਤ ਲੋਕ, ਉਹਨੇ ਕੋਸ਼ਿਸ਼ ਕਰਕੇ ਵੀ ਇੰਨਾ ਪੱਥਰ ਆਪਾਂ ਵੱਢ ਦਿੰਦੇ ਹਾਂ ਜਿੰਨੇ ਥਾਂ ਦੇ ਵਿੱਚ ਪੰਜਾ ਲੱਗਾ ਹੋਇਆ। ਉਸ ਨੇ ਜਿੰਨਾ ਪੱਥਰ ਤਰਾਸਿਆ, ਵਢਾਇਆ, ਪੰਜਾ ਓਨਾ ਹੀ ਅੱਗੇ ਲੱਗਦਾ ਗਿਆ, ਪੰਜਾ ਮਿਟ ਨਹੀਂ ਸਕਿਆ ਪੱਥਰ 'ਚੋਂ। ਇਹ ਮੇਰੇ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਜਲ ਪ੍ਰਵਾਹ ਤੈਸੇ ਬਿਦ ਅਹੈ। ਤੇ ਪਾਣੀ ਦਾ ਪ੍ਰਵਾਹ ਉਸੇ ਤਰ੍ਹਾਂ ਹੀ ਚਲੀ ਜਾਂਦਾ, ਅੱਜ ਤੱਕ ਚੱਲੀ ਜਾਂਦਾ, ਗੁਰੂ ਨਾਨਕ ਦਾ ਚਲਾਇਆ ਹੋਇਆ। ਨਿਰਮਲ ਚਲਤ ਬਹੁਤ ਨਿਤ ਰਹੈ। ਤੇ ਕਹਿੰਦੇ ਬਹੁਤ ਸਾਫ਼ ਸੁੰਦਰ ਨਿਰਮਲ ਜਲ, ਸੋ ਬਹੁਤਾ ਹੀ ਚੱਲਦਾ ਹੀ ਰਹਿੰਦਾ ਹਰ ਵੇਲੇ। ਅਲਪ ਆਪ ਕੋ ਪੀਰ ਪਛਾਨਾ। ਹੁਣ ਪੀਰ ਨੇ ਆਪਣੀ ਸਾਰੀ ਸ਼ਕਤੀ ਲਾ ਕੇ ਵੇਖ ਲਿਆ ਵੀ ਮੈਂ ਹੁਣ ਛੋਟਾ ਤੁੱਛ ਹਾਂ, ਮਹਾਰਾਜ ਆਏ ਨੇ, ਇਹ ਵੱਡੇ ਨੇ ਮੇਰੇ ਨਾਲੋਂ ਕਰਾਮਾਤ ਵਿੱਚ। ਸੀਗਰ ਆਏ ਗੁਰ ਪਗ ਲਪਟਾਨਾ। ਪਰ ਫਿਰ ਵੀ ਭਾਗਾਂ ਵਾਲਾ ਹੀ ਨਿਕਲਿਆ। ਸੋ ਇਸ ਨੇ ਤੱਕਿਆ ਵੀ ਮੇਰੇ ਨਾਲੋਂ ਮਹਾਨ ਨੇ, ਸ਼ਕਤੀ ਨਾਲ ਮੁਕਾਬਲਾ ਕਰਕੇ ਹਾਰ ਹੁਣ ਮੰਨ ਲਈ। ਹੁਣ ਹਾਰ ਮੰਨ ਲਈ ਤੇ ਹੁਣ ਪਹਾੜੀ ਤੋਂ ਉਤਰ ਆਇਆ।
ਜਿੱਥੇ ਪਹਾੜੀ 3 ਮਿਲ ਜੂ ਬੈਠਾ ਸੀ, ਹੰਕਾਰ ਦਾ ਟਿੱਬਾ ਉਹ ਤੋਂ ਵੀ ਉੱਚਾ ਸੀ, ਗੁਰੂ ਸਾਹਿਬ ਨੇ ਤੋੜਿਆ। ਇਉਂ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਆਣ ਨਮਸਕਾਰ ਕੀਤੀ ਇਸਨੇ। ਏ ਪ੍ਰਭ ਖਤਾ ਬਖਸ਼ੀਐ ਮੋਹੀ, ਹੱਥ ਜੋੜ ਕੇ ਕਹਿਣ ਲੱਗੇ, ਹੇ ਪ੍ਰਭੂ ਜੀ, ਖੁਦਾਵੰਦ ਕਰੀਮ ਮੇਰੀ ਗਲਤੀ, ਮੇਰੀ ਭੁੱਲ ਬਖਸ਼ ਦਿਓ। ਨਹੀਂ ਮਹਾਤਮ ਜਾਣਿਓ ਤੋਹੀ, ਮੈਂ ਤੁਹਾਡਾ ਮਹਾਤਮ, ਤੁਹਾਡੀ ਮਹਾਨਤਾ ਨੂੰ ਮੈਂ ਜਾਣਿਆ ਨਹੀਂ ਸੀ। ਹੋਏ ਪਰਲੋਕ ਸਹਾਏ ਬਸੇਖਾ, ਕਿਰਪਾ ਕਰੋ ਪਰਲੋਕ ਵਿੱਚ ਮੇਰੀ ਵਿਸ਼ੇਸ਼ ਸਹਾਇਤਾ ਹੋਵੇ ਜੀ। ਅਸ ਮੋਕੋ ਕੀਜੇ ਉਪਦੇਸਾ, ਐਸਾ ਉਪਦੇਸ਼ ਦਿਓ ਕਿ ਪਰਲੋਕ ਵਿੱਚ ਮੇਰੀ ਸਹਾਇਤਾ ਹੋਵੇ। ਇਤਿਆਦਿਕ ਬਿਨਤੀ ਬਹੁ ਕਰੇ, ਇਸ ਤੋਂ ਆਦ ਨਿਮਰਤਾ ਵਿੱਚ ਹੁਣ ਹੰਕਾਰ ਮਿਟ ਗਿਆ ਤੇ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ। ਸਰਦਾ ਕੋ ਉਰ ਨਿਸ਼ਚਾ ਧਰੇ, ਬਹੁਤ ਵਿਸ਼ਵਾਸ ਮਨ ਚ ਹੋ ਗਿਆ ਤੇ ਸ਼ਰਧਾ ਹੋ ਗਈ, ਪ੍ਰੇਮ ਦੇ ਸਹਿਤ ਭਰੋਸਾ ਹੋ ਗਿਆ ਗੁਰੂ ਚਰਨਾਂ ਵਿੱਚ। ਤਬ ਸ੍ਰੀ ਗੁਰ ਉਪਦੇਸ਼ ਬਖਾਨਾ, ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ, ਦੇਖੋ ਵੱਡੇ ਵੱਡੇ ਇਹ ਪੀਰ ਕਰਾਮਾਤੀ, ਪਰ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਰਹੇ ਨੇ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਤੈ ਮਤ ਸਰ ਦੁਖ ਨਾਹਕ ਮਾਨਾ, ਮਹਾਰਾਜ ਕਹਿੰਦੇ, ਦੇਖ ਬਲੀ ਕੰਧਾਰੀ, ਤੂੰ ਨਾਹਕ ਬਿਨਾਂ ਹੀ ਕਿਸੇ ਕਾਰਨ ਤੋਂ ਐਵੇਂ ਸਾਡੇ ਨਾਲ ਈਰਖਾ ਕਰਕੇ ਦੁੱਖ ਮੰਨ ਲਿਆ। ਜਿਸ ਮਹਿ ਪ੍ਰਾਪਤ ਕਿਛੂ ਨਾ ਹੋਏ, ਦੇਖੋ ਈਰਖਾ ਆਦਿਕ ਦੇ ਵਿੱਚ ਕਦੇ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਕਿਸੇ ਨੂੰ। ਹਰਖ ਹਿਰਦੇ ਕਰ ਤਿਆਗੁ ਸੋਏ, ਇਸ ਵਾਸਤੇ ਖੁਸ਼ ਹੋ ਤੇ ਪਹਿਲਾਂ ਇਹ ਜਿਹੜਾ ਔਗਣ ਆ ਨਾ, ਇਹਦਾ ਤਿਆਗ ਕਰ ਦੇ। ਈਰਖਾ ਜਿਹੜੀ ਹੈ, ਡਾਕਟਰ ਭਾਈ ਵੀਰ ਸਿੰਘ ਜੀ ਉਹਨਾਂ ਨੇ ਬੜਾ ਸੁੰਦਰ ਇਹਦੇ ਤੇ ਬਚਨ ਕੀਤਾ। ਉਹ ਕਹਿੰਦੇ ਨੇ ਵੀ ਜਿਹੜਾ ਕਿਸੇ ਨਾਲ ਈਰਖਾ ਕਰਦਾ, ਉਹ ਸਮਝ ਲਈ ਉਹ ਤੋਂ ਪਿੱਛੇ ਡਿੱਗਦਾ ਹੈ। ਜਿਹਦੇ ਨਾਲ ਕੋਈ ਈਰਖਾ ਕਰਦਾ ਨਾ, ਉਹ ਸਮਝ ਲਓ ਉਸ ਤੋਂ ਹੀਣਾ ਹੋ ਜਾਂਦਾ, ਪਿੱਛੇ ਡਿੱਗ ਪੈਂਦਾ ਹੈ। ਥੋੜਾ ਪ੍ਰਮਾਣ ਦਿੱਤਾ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ। ਤਾਤ ਨਾਮ ਈਰਖਾ ਦਾ ਹੈ, ਜਿਸ ਦੇ ਅੰਦਰ ਈਰਖਾ ਆ ਗਈ, ਉਹ ਸਮਝ ਲਓ ਵੀ ਉਹ ਪਿੱਛੇ ਪੈ ਗਿਆ ਹੈ, ਡਿੱਗ ਪਿਆ ਹੈ। ਜਿਸ ਮਹਿ ਪ੍ਰਾਪਤ ਕਿਛੂ ਨਾ ਹੋਏ, ਭਾਈ ਦੇਖ, ਹੇ ਬਲੀ ਕੰਧਾਰੀ, ਤੂੰ ਬਿਨਾਂ ਹੀ ਕਾਰਨ ਤੋਂ ਸਾਡੇ ਨਾਲ ਈਰਖਾ ਕਰ ਲਈ, ਇਹਦੇ ਵਿੱਚ ਕਦੇ ਕੁਛ ਨਹੀਂ ਪ੍ਰਾਪਤ ਹੁੰਦਾ। ਹਰਖ ਹਿਰਦੇ ਕਰ ਤਿਆਗੋ ਸੋਏ, ਹੁਣ ਏਦਾਂ ਕਰ, ਖੁਸ਼ ਹੋ, ਈਰਖਾ ਛੱਡ ਹੁਣ ਮਨ ਚੋਂ। ਪਹਿਲਾਂ ਜੇ ਹੁਣ ਜਿਹਨਾਂ ਕੋਲੋਂ ਕੋਈ ਦਾਤ ਲੈਣੀ, ਈਰਖਾ ਤੇ ਪਹਿਲਾਂ ਮਨ 'ਚ ਬੈਠੀ ਹੈ। ਮਹਾਰਾਜ ਕਹਿੰਦਾ ਪਹਿਲਾਂ ਇਹਨੂੰ ਕੱਢ ਹਿਰਦੇ ਵਿੱਚੋਂ। ਹਰ ਦਮ ਯਾਦ ਖੁਦਾਏ ਕਰੀਜੈ, ਤੇ ਹੁਣ ਜਿੱਥੇ ਤੇਰੇ ਹਿਰਦੇ ਵਿੱਚ ਇਹ ਚੀਜ਼ ਬੈਠੀ, ਉੱਥੇ ਪਰਮੇਸ਼ਵਰ ਦੀ ਯਾਦ ਵਸਾ ਲੈ। ਹਰ ਵੇਲੇ ਪਰਮੇਸ਼ਵਰ ਨੂੰ ਯਾਦ ਕਰਿਆ ਕਰ। ਮਾਨੁਖ ਤਨ ਸਫਲੋ ਕਰ ਲੀਜੈ, ਤੇ ਇਹ ਮਨੁੱਖਾ ਸਰੀਰ ਜਿਹੜਾ ਨਾ, ਇਸ ਨੂੰ ਸਫਲ ਕਰ ਲੈ ਆਪਣਾ। ਇਤਿਆਦਿਕ ਗੁਰ ਕਹਿਬੋ ਮਾਨਿਓ, ਤਾਂ ਇਉਂ ਸਤਿਗੁਰੂ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਨੂੰ ਮੰਨ ਲਿਆ ਇਸਨੇ। ਪਦ ਪੰਕਜ ਪ੍ਰਣਾਮ ਸੋ ਠਾਨਿਓ, ਤੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਜੀ। ਆਪਣੇ ਪੀਰ ਕਰੇ ਧਰ ਪ੍ਰੇਮਾ, ਬੜਾ ਪ੍ਰੇਮ ਧਾਰ ਕੇ ਸਾਹਿਬ ਗੁਰੂ ਨਾਨਕ ਸਾਹਿਬ ਆਪਣਾ ਪੀਰ ਮੰਨਿਆ ਸੀ, ਗੁਰੂ ਕਹਿੰਦੇ ਆ, ਗੁਰੂ ਧਾਰਨ ਕੀਤਾ। ਪ੍ਰਾਪਤ ਭਈ ਅਦਕ ਤਿਸ ਛੇਮਾ, ਤੇ ਉਸ ਨੂੰ ਬਹੁਤ ਭਾਰੀ ਸੇਮ, ਖੁਸ਼ੀ ਮਿਲੀ ਹੈ, ਕਲਿਆਣ ਮਿਲੀ ਹੈ, ਮੁਕਤੀ ਮਿਲੀ ਹੈ। ਦੋਹਰਾ ਰਹਿਓ ਪੀਰ ਤਿਸ ਥਾਨ ਹੀ, ਪੀਰ ਉਸੇ ਸਥਾਨ ਤੇ ਫਿਰ ਟਿਕਿਆ ਰਿਹਾ, ਗੁਰੂ ਨਾਨਕ ਦਾ ਉਪਦੇਸ਼ ਕਮਾਉਣ ਲੱਗ ਪਿਆ। ਗੁਰੂ ਕੀਨ ਪ੍ਰਸਥਾਨ, ਮੇਰੇ ਸਤਿਗੁਰੂ ਜੀ ਇਸ ਦਾ ਉਧਾਰ ਕੀਤਾ, ਸਿੱਧਾ ਰਸਤਾ ਦੱਸਿਆ, ਪਰਮੇਸ਼ਵਰ ਦੀ ਪ੍ਰਾਪਤੀ ਦਾ ਔਗੁਣ ਦੂਰ ਕੀਤੇ। ਅੱਗੇ ਚੱਲ ਪਏ ਗੁਰੂ ਸਾਹਿਬ ਜੀ। ਹੈ ਅਬ ਲਗ ਸੋ ਜਗਤ ਮਹਿ, ਸੰਸਾਰ ਦੇ ਵਿੱਚ ਹੁਣ ਤੱਕ ਕਹਿੰਦੇ ਉਹ ਕਾਇਮ ਹੈ। ਜਲ ਪ੍ਰਵਾਹਿ ਤਿਸ ਸਥਾਨ, ਉਹ ਜੋ ਜਲ ਦਾ ਪ੍ਰਵਾਹ ਗੁਰੂ ਨਾਨਕ ਨੇ ਚਲਾਇਆ ਤੇ ਪੱਥਰ ਵਿੱਚ ਪੰਜਾ ਲਾਇਆ ਹੈ, ਉਹ ਪੰਜਾ ਸਾਹਿਬ ਹੁਣ ਤੱਕ ਕਾਇਮ ਹੈ। ਦੁਨੀਆ ਦਰਸ਼ਨ ਕਰਕੇ ਨਿਹਾਲ ਹੁੰਦੀ ਹੈ। ਜਹ ਕਾਬਲ ਕੋ ਨਗਰ ਸੁਹਾਵਾ, ਇੱਥੋਂ ਮੇਰੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕੀਤੀ, ਜਿਹੜਾ ਕਾਬਲ ਦਾ ਨਗਰ ਹੈ, ਸ਼ਹਿਰ ਹੈ, ਉੱਥੇ ਗਏ ਹਨ। ਤਿਸ ਮਹਿ ਪਰਵੇਸੇ ਦੁਖ ਬਨ ਦਾਵਾ, ਦੁੱਖਾਂ ਰੂਪ ਜੰਗਲ ਨੂੰ ਡੌਂ ਅਗਨੀ ਦੀ ਨਿਆਈ ਸਾੜ ਦੇਣ ਵਾਲੇ ਗੁਰੂ ਨਾਨਕ ਪਾਤਸ਼ਾਹ ਕਾਬਲ ਚਲੇ ਗਏ। ਇੱਕ ਮਸੀਤ ਅਵਲੋਕੀ ਨੀਕੀ, ਬੜੀ ਸੁੰਦਰ ਮਸੀਤ ਦੇਖੀ ਹੈ, ਮੁਸਲਮਾਨਾਂ ਦਾ ਧਰਮ ਸਥਾਨ ਤੱਕਿਆ ਹਜੂਰ ਨੇ। ਬੈਠਕ ਹੁਤੀ ਤੁਰਕ ਸਭ ਹੀ ਕੀ, ਤੇ ਸਾਰੇ ਇਹ ਮੁਸਲਮਾਨ ਲੋਕ ਧਰਮ ਸਥਾਨ ਤੇ ਆਣ ਕੇ ਬੈਠਿਆ ਕਰਦੇ ਸਨ।
ਇਸ ਪ੍ਰਕਾਰ ਨਵਾਜ ਕਰਿਆ ਕਰਦੇ ਸਨ। ਤਿਸ ਕੇ ਮਦ ਜਾਏ ਕੀਏ ਡੇਰਾ, ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਜਾ ਕੇ ਉਹਦੇ ਵਿੱਚ ਡੇਰਾ ਕਰ ਲਿਆ ਹੈ, ਬੈਠ ਗਏ। ਬੋਲਿਓ ਕੌਣ ਕਹਾਂ ਤੇ ਆਏ, ਇਸ ਪ੍ਰਕਾਰ ਤੂੰ ਕਹਿਣ ਲੱਗੇ, ਕੌਣ ਹੋ, ਕਿੱਥੋਂ ਆਏ ਹੋ ਤੁਸੀਂ? ਆਨ ਮੁਲਾਨੇ ਗੁਰ ਕੋ ਹੇਰਾ। ਇਹ ਜਿਹੜਾ ਮੁੱਲਾ ਸੀ ਇੱਥੇ ਦਾ, ਮਸੀਤ ਦਾ, ਗੁਰੂ ਨਾਨਕ ਸਾਹਿਬ ਨੇ ਆਣ ਕੇ ਨੇ ਸਵਾਲ ਕੀਤਾ ਹੈ। ਬੋਲਿਓ ਕੌਣ ਕਹਾਂ ਤੇ ਆਏ, ਕਹਿਣ ਲੱਗਾ, ਤੁਸੀਂ ਕੌਣ ਹੋ, ਕਿੱਥੋਂ ਚੱਲ ਕੇ ਆਏ ਹੋ? ਹਿੰਦੂ ਸੇ ਤੁਮ ਪਰਹੁ ਲਖਾਏ। ਤੇ ਮੈਨੂੰ ਇਉਂ ਲੱਗਦਾ ਵੀ ਤੁਸੀਂ ਤਾਂ ਹਿੰਦੂ ਹੋ, ਤੇ ਹਿੰਦੂਆਂ ਦਾ ਕੰਮ ਕੀ ਮਸੀਤ ਵਿੱਚ? ਇਹ ਤੁਰਕਨ ਕੋ ਥਾਨ ਮਹਾਨਾ, ਇਹ ਤਾਂ ਸਾਡਾ ਬਹੁਤ ਵੱਡਾ, ਕਹਿੰਦੇ ਮੁਸਲਮਾਨਾਂ ਦਾ ਸਥਾਨ ਹੈ। ਵੈਸੋ ਨਹਿ ਤੁਮ ਕਰਹੁ ਪਿਆਨਾ। ਇਸ ਵਾਸਤੇ ਜੀ ਤੁਹਾਨੂੰ ਇੱਥੇ ਬਹਿਣ ਦੀ ਆਗਿਆ ਨਹੀਂ ਹੈ, ਹਿੰਦੂ ਨਹੀਂ ਆ ਸਕਦਾ ਮਸੀਤ ਵਿੱਚ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਦਾਸ ਸੋ ਵਿਦਿਆ ਪੜ੍ਹਦੇ ਸਾਂ ਤਾਂ ਜਿਹੜੀਆਂ ਮਿਰਜ਼ੇ ਦੀਆਂ ਕਾਦੀਆਂ ਵੱਜਦੀਆਂ ਸਾਡੇ ਨੇੜੇ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ, ਉੱਥੇ ਸਾਡੀ ITI ਸੀ, ਅਸੀਂ ਪੜ੍ਹਦੇ ਸੀ। ਤੇ ਅਸੀਂ ਇੱਕ ਦੋ ਸਿੰਘਾਂ ਨੇ ਵਿਚਾਰ ਕੀਤਾ ਵੀ ਕਹਿੰਦੇ ਵੀ ਸਾਡੇ ਮੁਸਲਮਾਨਾਂ ਦਾ ਬਹੁਤ ਵੱਡਾ ਸਥਾਨ ਮੰਨਦੇ, ਜਿਹੜਾ ਮਿਰਜ਼ੇ ਦੀਆਂ ਕਾਦੀਆਂ, ਮਿਰਜ਼ਾ ਹੋਇਆ ਇਹਨਾਂ ਦਾ, ਤੇ ਮੁਸਲਮਾਨਾਂ ਨਾਲੋਂ ਇਹਨਾਂ ਦੀ ਜਮਾਤ ਅਲੱਗ ਹੈ, ਅਹਿਮਦੀਆ ਜਮਾਤ ਇਹਨੂੰ ਵੱਜਦੇ ਹੈ, ਦੂਸਰੇ ਮੁਸਲਮਾਨਾਂ ਨੂੰ ਇਹਨਾਂ ਦਾ ਅਲੱਗ ਹੈ। ਤੇ ਅਸੀਂ ਵੀ ਚਲੋ ਦੇਖੀਏ ਚੱਲ ਕੇ। ਤੇ ਅਸੀਂ ਇੱਕ ਦੋ ਸਿੰਘ ਸੀ ਮੇਰਾ ਖਿਆਲ ਨਾਲ, ਸਾਡੇ ਵਿਦਿਆਰਥੀ, ਅਸੀਂ ਚਲੇ ਗਏ। ਅਸੀਂ ਮਸੀਤ 'ਚ ਚਲੇ ਗਏ, ਰੋਜ਼ਿਆਂ ਦੇ ਦਿਨ ਚੱਲਦੇ ਸਨ। ਦੋ ਨੌਜਵਾਨ ਮੁਸਲਮਾਨ ਵੀਰ ਬੈਠੇ ਉੱਥੇ ਮਸੀਤ ਦੇ ਵਿੱਚ ਆਪਣਾ ਕੋਈ ਗ੍ਰੰਥ ਵਾਚ ਰਹੇ ਸਨ। ਤੇ ਅਸੀਂ ਗਏ ਤੇ ਸਾਨੂੰ ਜਾਂਦਿਆਂ ਵੇਖ ਕਹਿੰਦੇ, ਸਰਦਾਰ ਜੀ ਕਿੱਧਰ ਆਏ ਹੋ? ਮੈਂ ਕਿਹਾ ਖੁਦਾ ਦਾ ਘਰ ਦਰਸ਼ਨ ਕਰਨਾ ਹੈ। ਸਰਦਾਰ ਜੀ ਤੁਹਾਡਾ ਇੱਥੇ ਕੋਈ ਕੰਮ ਨਹੀਂ ਹੈ, ਤੁਸੀਂ ਜਾਓ। ਮੈਂ ਕਿਹਾ ਭਾਈ ਸਾਡੇ ਗੁਰੂ ਨਾਨਕ ਦੇ ਘਰ ਤੇ ਸਾਰਿਆਂ ਨੂੰ ਹੱਕ ਆ ਕਿ ਇਹ ਖੁਦਾ ਦਾ ਘਰ ਨਹੀਂ ਹੈ। ਉਹ ਫਿਰ ਮੈਂ ਦੇਖਿਆ ਥੋੜਾ ਜਿਹਾ ਰੁਕ ਜਾ, ਉਹਨਾਂ ਦਾ ਹੋਰ ਤਰ੍ਹਾਂ ਦਾ ਸੀ। ਮੈਂ ਕਿਹਾ ਇਹਨਾਂ ਨੂੰ ਵੱਧ ਬੋਲਣ ਦੀ ਲੋੜ, ਅਸੀਂ ਫਿਰ ਵਾਪਸ ਆ ਗਏ। ਇਸ ਤਰੀਕੇ ਦੇ ਨਾਲ ਭਾਵ ਕਿ ਜੋ ਸਾਹਿਬ ਗੁਰੂ ਨਾਨਕ ਦਾ ਘਰ ਹੀ ਸਾਂਝਾ ਹੈ। ਮੰਦਰ ਵਿੱਚ ਕੋਈ ਮੁਸਲਮਾਨ ਚਲੇ ਜਾ ਤੇ ਉਹਦੇ ਵਾਸਤੇ ਵੀ ਪਾਬੰਦੀ, ਮਸੀਤ ਵਿੱਚ ਹਿੰਦੂ ਜਾ ਤੇ ਪਾਬੰਦੀ। ਸਾਹਿਬ ਗੁਰੂ ਨਾਨਕ ਦਾ ਘਰ ਹੀ ਸਭ ਲਈ ਸਾਂਝਾ ਹੈ। ਤਾਂ ਕਹਿਣ ਲੱਗਾ, ਮਹਾਰਾਜ ਹਿੰਦੂ ਲੱਗਦੇ ਹੋ, ਤੋ ਤੁਸੀਂ ਇੱਥੇ ਕਿਸ ਤਰ੍ਹਾਂ ਆ ਗਏ ਹੋ? ਸ੍ਰੀ ਨਾਨਕ ਜੀ ਬੈਠ ਬੈਨ ਉਚਾਰੇ, ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਮਾਰਗ ਚਲਤੇ ਪਗ ਹਮ ਹਾਰੇ। ਕਹਿੰਦੇ ਭਾਈ ਤੁਰੇ ਜਾਂਦੇ ਸਾਂ, ਸਾਡੇ ਪੈਰ ਲੱਤਾਂ ਥੱਕ ਗਈਆਂ ਨੇ ਤੁਰ ਤੁਰ ਕੇ। ਰਹਿਨੁ ਏਕ ਸਰਵਰੀ ਸਾਰੀ, ਤੇ ਅਸੀਂ ਸਾਰੀ ਇੱਕ ਰਾਤ ਤਾਂ ਠਹਿਰਨਾ ਹੈ, ਜਰਾ ਆਪਾਂ ਸੋ ਰਸਤੇ ਦੀ ਥਕਾਵਟ ਲਾਉਣੀ, ਇੱਕ ਰਾਤ ਇੱਥੇ ਟਿਕਣਾ ਅਸੀਂ। ਗਮਨੇ ਹੋਵਤ ਭੋਰ ਅਗਾਰੀ, ਬਸ ਸਵੇਰ ਹੁੰਦੇ ਅਸੀਂ ਅੱਗੇ ਚੱਲ ਜਾਣਾ ਭਾਈ, ਇੰਨਾ ਕੀ ਕੰਮ ਹੈ ਸਾਡਾ ਤਾਂ। ਮੁੱਲਾ ਕਹੇ ਰਹੋ ਨਹਿ ਬੈਸੇ, ਕਹਿੰਦਾ ਜੀ ਇੱਥੇ ਬੈਠੇ ਨਾ ਰਹੋ ਤੁਸੀਂ, ਹਿੰਦੂ ਰਹਿਨੇ ਦਿਓ ਨਾ ਕੈਸੇ। ਮੈਂ ਹਿੰਦੂ ਨੂੰ ਮਸੀਤ ਵਿੱਚ ਕਿੱਦਾਂ ਰਹਿਣ ਦਿਆਂ, ਕਿਸੇ ਤਰ੍ਹਾਂ ਵੀ ਰਹਿਣ ਨਹੀਂ ਦਊਂਗਾ ਇੱਥੇ। ਆਨ ਸਥਾਨ ਕਰੋ ਗੁਜਰਾਨਾ, ਇਸ ਵਾਸਤੇ ਤੁਸੀਂ ਹੋਰ ਕਿਸੇ ਥਾਂ ਤੇ ਜਾ ਕੇ ਗੁਜਰਾਨ ਕਰ ਲਓ, ਆਪਣੀ ਰਾਤ ਗੁਜ਼ਾਰ ਲਓ, ਇੱਥੇ ਨਹੀਂ ਰਹਿ ਸਕਦੇ ਤੁਸੀਂ। ਕਹਾ ਮਾਨ ਮਮ ਕਰੋ ਪਿਆਨਾ, ਇਹ ਮੇਰਾ ਕਿਹਾ ਮੰਨ ਲਓ, ਇੱਥੋਂ ਤੁਸੀਂ ਉੱਠ ਕੇ ਤੁਰ ਜਾਓ। ਆਏ ਤੁਰਕ ਕੋ ਰਿਸ ਉਪਜੇ ਹੈ, ਨਹੀਂ ਤਾਂ ਹੋਰ ਕੋਈ ਮੁਸਲਮਾਨ ਆਣ ਕਰਕੇ ਨਾ ਉਹਦੇ ਮਨ 'ਚ ਕ੍ਰੋਧ ਪੈਦਾ ਹੋ ਜੂ, ਨਾਰਾਜ਼ਗੀ ਹੋ ਜੂ। ਬਾਹ ਪਕੜ ਕੇ ਤੁਰਤ ਉਠੇ ਹੈ, ਇਹ ਤੁਹਾਨੂੰ ਬਾਹੋਂ ਫੜ ਕਰਕੇ ਝੱਟ ਉਠਾ ਦੇਊਗਾ। ਹਿੰਦੂ ਕੋ ਕਿਆ ਕਾਮ ਮਸੀਤੀ, ਦੇਖੋ ਹਿੰਦੂ ਦਾ ਕੰਮ ਕੀ ਆ, ਕਹਿੰਦੇ ਮਸੀਤ ਵਿੱਚ ਉਠ ਕਰ ਚੱਲੇ ਜਾਹੋ ਭਲ ਰੀਤੀ। ਇਸ ਵਾਸਤੇ ਸੋਹਣੇ ਢੰਗ ਨਾਲ ਕਹਿੰਦੇ ਉੱਠ ਕੇ ਆਰਾਮ ਨਾਲ ਤੁਰ ਜਾਓ ਇੱਥੋਂ। ਜੇ ਮਮ ਬਾਤ ਨ ਮਨ ਹੁਕਾਈ, ਦੇਖੋ ਜੇ ਮੇਰੀ ਕੋਈ ਗੱਲ ਨਾ ਮੰਨੋਗੇ ਤੁਸੀਂ, ਪਕੜ ਬਾਹੋਂ ਮੈਂ ਦਿਉ ਉਠਾਈ। ਬਾਹੋਂ ਫੜ ਕੇ ਫਿਰ ਮੈਂ ਉਠਾ ਦੂੰਗਾ ਤੁਹਾਨੂੰ ਇੱਥੋਂ। ਸੁਨ ਸ੍ਰੀ ਮੁਖ ਬਿਗਸੇ ਗੁਣ ਖਾਨੀ, ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਮੁਸਕਰਾਏ ਨੇ ਵੇਖ ਕਰਕੇ। ਇਸ ਦੇਖੋ ਧਰਮੀ ਬੰਦਾ ਹੈ, ਮੁੱਲਾ ਖੁਦਾ ਦੇ ਘਰ ਦੀ ਸੇਵਾ ਕਰਦਾ ਹੈ, ਮਨ ਵਿੱਚ ਈਰਖਾ ਇਹਦੇ ਏਦੀ ਹੈ। ਸਾਥ ਮੁਲਾਨੇ ਬੋਲੇ ਬਾਨੀ, ਹਜੂਰ ਜੀ ਨੇ ਉਸ ਮੁੱਲਾਂ ਦੇ ਤਾਈਂ ਬਚਨ ਕੀਤਾ, ਜੇ ਤੁਝ ਮੈਂ ਹੈ ਜੋਰ ਵਿਸਾਲਾ। ਮਹਾਰਾਜ ਕਹਿੰਦੇ ਤੂੰ ਬਾਹੋਂ ਫੜ ਕੇ ਸਾਨੂੰ ਧੱਕੇ ਮਾਰ ਕੇ ਕੱਢੇਗਾ, ਬਹੁਤ ਤੇਰੇ 'ਚ ਜ਼ੋਰ ਹੈ। ਚੰਗਾ ਫਿਰ ਜੇ ਤੇਰੇ 'ਚ ਇੰਨਾ ਜ਼ੋਰ ਹੈ ਤਾਂ ਦੇਖ, ਫਿਰ ਮਸੀਤ ਰੱਖੋ ਇਸ ਕਾਲਾ। ਚੰਗਾ ਫਿਰ ਕਹਿੰਦੇ ਆਪਣੀ ਮਸੀਤ ਟਿਕਾ ਕੇ ਵਿਖਾ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਤੇ ਜ਼ੋਰ ਚੱਲਦਾ ਨਾ, ਆਪਣੀ ਮਸੀਤ ਖੜੀ ਕਰਕੇ ਵਿਖਾਈ ਹੁਣ। ਜੇ ਥਿਰ ਰਹੀ ਨਾ ਤਾਂ ਤੂੰ ਕੂਰਾ, ਤੇ ਜੇ ਮਸੀਤ ਤੇਰੇ ਕੋਲ ਨਾ ਟਿਕੀ ਰਹੀ
ਤਾਂ ਫਿਰ ਕਹਿੰਦੇ ਤੂੰ ਝੂਠਾ ਹੈ। ਬੋਲਤ ਹੈ ਜੈਸੇ ਘਟ ਊਰਾ। ਏਦਾਂ ਬੋਲਦਾ ਤੇ ਜਿਹੜਾ ਜਿਵੇਂ ਘੜਾ, ਖਾਲੀ ਘੜਾ ਜਿਵੇਂ ਬੋਲਦਾ, ਇਉਂ ਬੋਲੀ ਜਾਨਾ ਤੂੰ। ਮੁੱਲਾ ਕਹੇ ਸਥਿਰ ਕਿਤ ਜਾਵਤ। ਕਹਿਣ ਲੱਗੇ ਮਸੀਤ ਟਿਕੀ ਹੋਈ ਹੈ, ਇਹ ਕਿੱਥੇ ਚੱਲੀ ਆ ਕਿਤੇ। ਇਸ ਪ੍ਰਕਾਰ ਕਹੈ ਮੁਝੇ ਡਰਾਵਤ। ਤੇ ਮੈਨੂੰ ਕਹਿੰਦੇ ਏਦਾਂ ਦੇ ਬਚਨ ਕਹਿ ਕੇ ਡਰਾਉਂਦੇ ਹੋ ਤੁਸੀਂ। ਉਠਤ ਨਹੀਂ ਤੁਮ ਬਿਨ ਸੱਚ ਦੇਖੇ। ਤੇ ਇਸ ਪ੍ਰਕਾਰ ਕਹਿੰਦਾ ਕਿ ਤੁਸੀਂ ਸੱਚ ਦੇਖੇ ਬਿਨਾਂ ਉੱਠਦੇ ਨਹੀਂ ਹੋ ਇਥੋਂ। ਕਹੈ ਐਸ ਕੀਨੋ ਕ੍ਰੋਧ ਵਸੇਖੇ। ਇਉਂ ਕਹਿ ਕਰਕੇ ਮੁੱਲਾ ਨੇ ਬੜਾ ਭਾਰੀ ਕ੍ਰੋਧ ਕੀਤਾ ਗੁਰੂ ਨਾਨਕ ਸਾਹਿਬ ਤੇ। ਤਿਹ ਕੋ ਗੰਜਨ ਕ੍ਰੋਧ ਵਿਸਾਲਾ। ਜਿਸ ਵੇਲੇ ਬਹੁੜਾ ਲਾਲ ਪੀਲਾ ਜਿਹਾ ਹੋ ਗਿਆ, ਬਾਹੋਂ ਫੜ ਕੇ ਠਾਉਣ ਲੱਗਾ ਨਾ, ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਇਹਦਾ ਹੁਣ ਕ੍ਰੋਧ ਤੋੜੀਏ, ਗੰਜਨ ਕ੍ਰੋਧ ਕੱਟੀਏ ਇਸ ਦਾ। ਚੜੇ ਮਸੀਤ ਹੈ ਪਰ ਤਤਕਾਲਾ। ਮੇਰੇ ਸਤਿਗੁਰੂ ਪਾਤਸ਼ਾਹ ਉੱਠੇ, ਮਸੀਤ ਦੇ ਉੱਪਰ ਚੜ ਗਏ। ਹੋਵੇ ਅਰੂਡੰ ਜਬੇ ਚਲਾਈ। ਤੇ ਉੱਤੇ ਸਵਾਰ ਹੋ ਕੇ ਤੇ ਮਸੀਤ ਨੂੰ ਹੁਕਮ ਕੀਤਾ, ਚੱਲ ਭਈ ਮਸੀਤ ਚੱਲੀਏ। ਮਸੀਤ ਹੀ ਮਹਾਰਾਜ ਦੌੜਾ ਲਈ ਹੈ। ਠਿਠਕਿਓ ਮੁੱਲਾ ਹਿਰਦੇ ਡਰਾਈ। ਮੁੱਲਾ ਹੁਣ ਹੱਥ ਜੋੜ ਕੇ ਦੇਖਦਾ, ਮਸੀਤ ਤਾਂ ਤੁਰ ਗਈ। ਕਹਿੰਦੇ ਠਿਠ ਗਿਆ, ਠਡੰਬਰ ਗਿਆ, ਹੁਣ ਕੰਬੀ ਜਾਂਦਾ ਖੜਾ ਵੀ ਇਹ ਕੀ ਬੜਿਆ, ਕੀ ਮੈਂ ਕਹਿ ਬੈਠਾ, ਇਹ ਤਾਂ ਮਹਾਰਾਜ ਕੋਈ ਖੁਦਾ ਰੂਪ ਨੇ। ਇਉਂ ਡਰ ਭੈ ਨੂੰ ਆ ਗਿਆ ਜਦੋਂ ਮਸੀਤ ਭੱਜ ਦੌੜੀ ਹੈ। ਚਕਰਤ ਭਏ ਦੇਖ ਨਰ ਸਾਰੇ। ਇਹ ਸਾਰੇ ਨਗਰੀ ਦੇ ਲੋਕ ਹੈਰਾਨ ਹੋ ਗਏ ਦੇਖ ਕੇ, ਜਦੋਂ ਮਸੀਤ ਹੀ ਤੁਰੀ ਜਾਂਦੀ ਵੇਖੀ। ਫਿਰਤ ਮਸੀਤੰ ਧਾਏ ਨਿਹਾਰੇ। ਜਿਸ ਵੇਲੇ ਸਾਰਿਆਂ ਨੇ ਦੇਖਿਆ ਵੀ ਸਾਡੀ ਮਸੀਤ ਤਾਂ ਦੌੜ ਚੱਲੀ ਐ। ਕਾਬਲ ਕੇ ਚਾਹੋ ਫੇਰ ਫਿਰਾਈ। ਮੇਰੇ ਸਾਧੂ ਨੇ ਕਾਬਲ ਸ਼ਹਿਰ ਦੇ 4 ਚੁਫੇਰੇ ਹੀ ਇਹ ਸਾਰੀ ਮਸੀਤ ਦਾ ਚੱਕਰ ਲਵਾਇਆ ਹੈ। ਸੁਨ ਕਾਜੀ ਢਿਗ ਆਇਓ ਧਾਈ। ਤਾਂ ਸੁਣ ਕਰਕੇ ਦੇਖ ਕਰਕੇ ਕਾਜੀ ਭੱਜ ਕੇ ਆਇਆ ਮਹਾਰਾਜ ਕੋਲ। ਪੀਰ ਔਲੀਆ ਕਿਦੋਂ ਖੁਦਾਏ। ਮਹਾਰਾਜ ਜਾਂ ਤੁਸੀਂ ਔਲੀਆ ਪੀਰ ਦੇ, ਜਾਂ ਤੁਸੀਂ ਖੁਦ ਖੁਦਾ ਹੋ ਜੀ। ਬੰਦੇ ਹਾਥ ਚਰਨ ਲਪਟਾਏ। ਮਹਾਰਾਜ ਦੇ ਚਰਨਾਂ 'ਚ ਭੱਜ ਕਰਕੇ ਚੜਿਆ ਮਸੀਤ ਤੇ, ਗੁਰੂ ਦੇ ਚਰਨ ਫੜ ਲਏ ਜਾ ਕੇ। ਹੋਏ ਦੀਨ ਬਹੁ ਬਿਨੈ ਉਚਾਰਹੀ। ਬਹੁਤ ਅਧੀਨ ਹੋ ਕਰਕੇ ਬੇਨਤੀਆਂ ਕਰਦਾ, ਮਹਾਰਾਜ ਕਿਰਪਾ ਕਰੋ। ਲਖ ਅਜਮਤ ਉਰ ਸਰਦਾ ਧਾਰਹੀ। ਮਹਾਰਾਜ ਦੀ ਸ਼ਕਤੀ ਦੇਖ ਕਰਕੇ ਸ਼ਰਧਾ ਕੀਤੀ ਸਾਧ ਸੰਗਤ। ਬਿਨਾ ਦੇਖੇ ਤੋਂ ਕਿੱਥੇ ਕੋਈ ਭਾਈ ਆਪਣਾ ਸਿਉ ਨਿਉਂਦਾ ਹੈ। ਧੰਨ ਗੁਰੂ ਨਾਨਕ ਦੀ ਕਰਾਮਾਤ ਨੂੰ ਤੱਕ ਕਰਕੇ ਝੁਕਿਆ ਫਿਰ। ਅਬ ਮਸੀਤ ਕੋ ਚਲਤ ਟਿਕਾਵਹੁ। ਕਹਿੰਦਾ ਮਹਾਰਾਜ ਕਿਰਪਾ ਕਰੋ, ਹੁਣ ਮਸੀਤ ਨੂੰ ਟਿਕਾ ਦਿਓ ਮਹਾਰਾਜ, ਮੇਰੀ ਭੁੱਲ ਮਾਫ ਕਰ ਦਿਓ, ਮੈਂ ਤੁਹਾਨੂੰ ਬੁਰਾ ਬੋਲਿਆ। ਹਿਤ ਖੁਦਾਏ ਨਿਜ ਦਰਸ ਦਿਖਾਵਹੁ। ਖੁਦਾ ਦਾ ਵਾਸਤਾ ਪਾਉਂਦਾ, ਖੁਦਾ ਦਾ ਵਾਸਤਾ ਮਹਾਰਾਜ ਆਪਣਾ ਦਰਸ਼ਨ ਬਖਸ਼ੋ, ਮਸੀਤ ਟਿਕਾ ਦਿਓ ਹੁਣ। ਗੁਰ ਮਸੀਤ ਤਿਸ ਟਕਾਈ ਜਬ ਹੀ। ਟਿਕਾਈ ਕਹਿੰਦੇ ਜਦੋਂ ਮਹਾਰਾਜ ਨੇ ਉਹ ਮਸੀਤ ਖੜੀ ਕਰ ਦਿੱਤੀ, ਟਿਕਾ ਦਿੱਤੀ ਹੈ ਤਾਂ ਨਗਰ ਲੋਕ ਆਵਤ ਭੇ ਤਬ ਹੀ। ਤੇ ਸਾਰੇ ਦੁਨੀਆ ਦੇ ਲੋਕਾਂ ਨੇ ਨਜ਼ਾਰਾ ਤਾਂ ਵੇਖ ਹੀ ਲਿਆ, ਤਾਂ ਕਹਿੰਦੇ ਭੱਜ ਕੇ ਸਭ ਲੋਕ ਆਏ ਗੁਰੂ ਨਾਨਕ ਦੇ ਚਰਨਾਂ ਤੇ ਪੁੱਜੇ ਹਨ। ਤਰਹਿ ਉਪਾਇਨ ਬੰਧਨ ਕਰਹੀ। ਹਜੂਰ ਦੇ ਚਰਨਾਂ 'ਚ ਨਾਲੇ ਭੇਟਾ ਰੱਖਦੇ, ਨਾਲੇ ਮੱਥਾ ਟੇਕਦੇ ਹਨ। ਧੰਨ ਧੰਨ ਪੁੰਨ ਧੰਨ ਉਚਰਹੀ। ਸਾਰੇ ਹੀ ਧੰਨ ਧੰਨ ਕਹਿੰਦੇ ਨੇ, ਤੋਬਾ ਖੁਦਾ ਦੀ ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਬਲਹਾਰ ਜਾਂਦੇ ਹਨ। ਓ ਘੜ ਆਪਣੋ ਨਾਮ ਕਹਾਇਓ। ਤੇ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ, ਮਹਾਰਾਜ ਵੀ ਕੀ ਆਪ ਜੀ ਦਾ ਨਾਮ? ਮਹਾਰਾਜ ਸਾਡਾ ਨਾਮ ਔਗੜ ਹੈ। ਇਉਂ ਮਹਾਰਾਜ ਸਤਿਗੁਰੂ ਪਾਤਸ਼ਾਹ ਨਾਮ ਦੱਸਤਾ ਆਪਣਾ। ਨਾਮਦਾਨ ਇਸ਼ਨਾਨ ਦ੍ਰਿੜਾਇਓ। ਤੇ ਹਜੂਰ ਪਾਤਸ਼ਾਹ ਜੀ ਨੇ ਜਦੋਂ ਇਹ ਬਹੁਤ ਹੀ ਸੋ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਜ਼ਾਹਰ ਕੀਤੀ, ਮਹਾਰਾਜ ਸਾਡੇ ਪੀਰ ਬਣ, ਸਾਨੂੰ ਉਪਦੇਸ਼ ਦਿਓ ਮਹਾਰਾਜ। ਸਤਿਗੁਰੂ ਪਾਤਸ਼ਾਹ ਨੇ ਉਹੀ ਜੋ ਉਪਦੇਸ਼ ਸਿੱਖ ਨੂੰ, ਉਹੀ ਮੁਸਲਮਾਨ। ਸੋ ਮਹਾਰਾਜ ਨੇ ਚਰਨ ਅੰਮ੍ਰਿਤ ਛਕਾ ਕਰਕੇ ਇਹਨਾਂ ਨੂੰ ਗੁਰਮੁਖ ਨਾਮਦਾਨ ਇਸ਼ਨਾਨ ਦ੍ਰਿੜ ਕਰਾਇਆ ਹੈ ਜੀ ਕਾਬਲ ਵਿੱਚ। ਚਰਨ ਕਮਲ ਗੁਰ ਕੋ ਜੋ ਬਾਮੂ। ਤੋ ਕਹਿੰਦੇ ਜੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਦਾ ਖੱਬਾ ਚਰਨ ਹੈ, ਪੂਜੈ ਹੈ ਤੁਰਕ ਕਰਹਿ ਪ੍ਰਣਾਮੂ। ਇਹ ਜਿਹੜੇ ਤੁਰਕ ਮੁਸਲਮਾਨ ਲੋਕ ਨੇ ਗੁਰੂ ਸਾਹਿਬ ਦੇ ਖੱਬੇ ਚਰਨ ਤੇ ਨਮਸਕਾਰਾਂ ਕਰਦੇ ਹਨ। ਦਹਿਨੋ ਚਰਨ ਕਮਲ ਤਿਹ ਕਾਲਾ। ਉਹ ਸਮੇਂ ਜੋ ਸੱਜਾ ਚਰਨ ਧੰਨ ਗੁਰੂ ਨਾਨਕ ਸਾਹਿਬ ਦਾ ਹੈ। ਪੂਜੈ ਹੈ ਹਿੰਦੂ ਭਾਉ ਵਿਸਾਲਾ। ਬੜਾ ਪ੍ਰੇਮ ਕਰਕੇ ਹਿੰਦੂ ਲੋਕ ਪੂਜਦੇ, ਮੱਥਾ ਟੇਕਦੇ ਗੁਰੂ ਸਾਹਿਬ ਨੂੰ। ਸਭ ਹਿਨ ਕੋ ਦੀਨੋ ਉਪਦੇਸਾ। ਸਭਨਾਂ ਦੇ ਤਾਈ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਸਾਂਝਾ ਉਪਦੇਸ਼ ਬਖਸ਼ਿਆ। ਭਜੋ ਨਾਮ ਤਜ ਜਗਤ ਕਲੇਛਾ। ਹਜੂਰ ਕਹਿੰਦੇ ਨੇ ਪਰਮੇਸ਼ਵਰ ਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ, ਸਭ ਕਲੇਸ਼ ਤੁਹਾਡੇ ਜਿਹੜੇ ਸਭ ਮਿਟ ਜਾਣਗੇ। ਅੰਤ ਕਾਲ ਮਹਿ ਹੋਏ ਸਹਾਈ। ਅੰਤ ਸਮੇਂ ਇਹ ਪਰਮੇਸ਼ਵਰ ਦਾ ਜਪਿਆ ਹੋਇਆ ਨਾਮ ਹੀ ਤੁਹਾਡੀ ਸਹਾਇਤਾ ਕਰੇਗਾ। ਕਰੇ ਜੇ ਕਲਮਲ ਦੇਹ ਮਿਟਾਈ। ਤੇ ਜਿਹੜੇ ਤੁਸੀਂ ਪਾਪ ਪਿੱਛੇ ਕੀਤੇ ਨੇ, ਇਹ ਵਾਹਿਗੁਰੂ ਦਾ ਸਿਮਰਨ ਸਭ ਮਿਟਾ ਦੇਵੇਗਾ, ਦੂਰ ਕਰੂਗਾ। ਕੀਜੇ ਸੰਤ ਸੇਵ ਮਨ ਲਾਈ। ਇਸ ਵਾਸਤੇ ਹੁਣ ਅੱਗੇ ਵਾਸਤੇ ਕੋਈ ਵੀ ਸੰਤ ਹੋਵੇ, ਪਰਮੇਸ਼ਵਰ ਦਾ ਪਿਆਰਾ ਹੋਵੇ,
ਉਹਦੀ ਸੇਵਾ ਕਰਿਆ ਕਰੋ। ਤਿਨ ਕੇ ਬਚਨ ਸੁਨਤ ਸੁਖ ਪਾਈ। ਤੇ ਉਹਨਾਂ ਦੇ ਬਚਨ ਸੁਣਿਆ ਕਰੋ ਤੇ ਸੁਖ ਪ੍ਰਾਪਤ ਕਰਿਆ ਕਰੋ। ਹਿਰਦੇ ਵਿਚਾਰ ਕਮਾਵਹਿ ਸੋਊ। ਤੇ ਇਸ ਪ੍ਰਕਾਰ ਸੋ ਬਚਨ ਸੁਣ ਕਰਕੇ ਤੇ ਜਿਹੜਾ ਜਿਹੜਾ ਵੀ ਕਮਾਵੇਗਾ ਤਬ ਹੋਵਹਿ ਸੁਖ ਲੋਕਹਿ ਦੋਊ। ਦੋਨਾਂ ਲੋਕਾਂ ਦੇ ਸੁੱਖ ਤੁਹਾਨੂੰ ਪ੍ਰਾਪਤ ਹੋ ਜਾਣਗੇ। ਮਹਾਂਪੁਰਖਾਂ ਦੀ ਸੰਗਤ ਕਰਕੇ ਇਸ ਤਰੀਕੇ ਦੇ ਨਾਲ ਤੇ ਉਹਨਾਂ ਦੇ ਬਚਨ ਸੁਣ ਕੇ ਉਪਦੇਸ਼ ਕਮਾਇਆ ਕਰੋ। ਕਿਤਕ ਦਿਵਸ ਰਹਿ ਕੇ ਜਗ ਤੇਸਾ। ਜਗਤ ਈਸ਼ਵਰ ਗੁਰੂ ਨਾਨਕ ਸਾਹਿਬ ਜੀ ਕਿੰਨੇ ਕੁ ਦਿਨ ਫਿਰ ਉੱਥੇ ਕਾਬਲ ਟਿਕੇ ਹਨ। ਨਾਮ ਜਪਨ ਕੋ ਦੇ ਉਪਦੇਸਾ। ਇਹਨਾਂ ਸਭ ਲੋਕਾਂ ਨੂੰ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਵਿਦਾ ਹੋਏ ਤਿਨ ਤੇ ਗੁਣ ਖਾਨੀ। ਧੰਨ ਗੁਣਾਂ ਦੇ ਖਜ਼ਾਨੇ ਦੇ ਗੁਰੂ ਨਾਨਕ ਪਾਤਸ਼ਾਹ ਜੀ ਇਹਨਾਂ ਲੋਕਾਂ ਤੋਂ ਹੁਣ ਵਿਦਾ ਲੈ ਕਰਕੇ ਹੋਰ ਦੁਨੀਆ ਨੂੰ ਤਾਰਨ ਵਾਸਤੇ ਚੱਲੇ ਹਨ। ਨਾਮ ਜਪਨ ਕੋ ਦੇ ਉਪਦੇਸਾ। ਨਾਮ ਜਪਣ ਦਾ ਉਪਦੇਸ਼ ਬਖਸ਼ਿਆ। ਆਨ ਥਾਨ ਗਮਨੇ ਸੁਖ ਦਾਨੀ। ਸੁਖਾਂ ਦੇ ਦਾਤੇ ਸਤਿਗੁਰੂ ਹੋਣ ਥਾਂ ਤੇ ਚੱਲੇ ਹਨ। ਕਬ ਸੰਤੋਖ ਸਿੰਘ ਜਾਚੇ ਦਾਨਾ। ਤੋ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਹ ਦਾਨ ਮੰਗਦਾ ਹਾਂ। ਸਤ ਨਾਮ ਦੇਵੋ ਦੁਖ ਹਾਨਾ। ਮਹਾਰਾਜ ਦੁੱਖਾਂ ਨੂੰ ਨਾਸ ਕਰਨ ਵਾਲਾ ਆਪਣਾ ਸੱਚਾ ਪਰਮੇਸ਼ਵਰ ਦਾ ਨਾਮ ਮੈਨੂੰ ਬਖਸ਼ਿਸ਼ ਕਰੋ। ਇਉਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਇਤਿਹਾਸ ਨੂੰ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਜੀ ਹੋਣਾ ਨੇ ਬੜੇ ਸੁੰਦਰ ਢੰਗ ਦੇ ਨਾਲ ਛੰਦਾਬੰਦੀ ਵਿੱਚ ਕਰਕੇ ਇਸ ਪ੍ਰਕਾਰ ਸੋ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਦਰਜ ਕੀਤਾ। ਸਤਿਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਸਾਡੇ ਹਿਰਦੇ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਪਾਉ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ। ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਵਿਦਾ ਹੋਏ ਤਿਨ ਤੇ ਗੁਣ ਖਾਨੀ। ਆਨ ਥਾਨ ਗਮਨੇ ਸੁਖ ਦਾਨੀ। ਕਬ ਸੰਤੋਖ ਸਿੰਘ ਜਾਚੇ ਦਾਨਾ। ਸਤ ਨਾਮ ਦੇਵੋ ਦੁਖ ਹਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।